पार जाते हो हर को नाम, काम तेन हर हर गुण गान। सब ते उत्तम हर की कथा, नाम सुनत दर्द दुख लथा। नाम की महिमा संत हृदय वसै, संत प्रताप दुरत सब नसै। संत का संग भट भागी पाइए, संत की सेवा नाम त्याइए। नाम तुल कछ अवर न होए, नानक गुरमुख नाम पावै जन कोय। सो कहो टल गुर सेविए, ऐनस सहज सुपाय। दर्शन न परसय गुरु कै, जन्म मरण दुख जाय। दर्शन परसिय गुरु कै, जन्म मरण दुख जाय। होवै सिफत खुशामदी, नूर अरसों कुरसों चढ़िए। तुध डिठे सच्चे पातशाह। जन्म जन्म दी कटिए, सज्जन सच्चा पातशाह। सिर शाह जिस पास बैठिया सोहिए, सबना गावे साध। सतनाम वाहिगुरु जी। श्लोक शेख फरीद जी के। एक ओंकार सतगुर प्रसाद। फरीदा जो तै मारन मुकियां, तिना न मारे घुम। आप नड़ै घर जाइए, पैर तिना दे चुम। फरीदा जातो खट्टन वेल, तां तू रत्ता दुनी सिओ। मरग सवाई नीहे, ਜਾਂ ਭਰਿਆ ਤਾਂ ਲੱਦਿਆ। ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ। ਅੱਗੋਂ ਨੇੜਾ ਆਇਆ, ਪਿਛਾ ਰਹਿਆ ਦੂਰ। ਦੇਖ ਫਰੀਦਾ ਜੋ ਥੀਆ, ਸ਼ੱਕਰ ਹੋਈ ਵਿਸ।
ਸਾਈਂ ਬਾਝੋਂ ਆਪਣੇ ਵੇਦਨ ਕਹੀਐ ਕਿਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜਹੂਰ, ਸਰਬ ਕਲਾ ਭਰਪੂਰ ਸਤਿਗੁਰੂ ਦਇਆਲਤਾ ਦੀ ਮੂਰਤ, ਬਖਸ਼ਿਸ਼ਾਂ ਦੇ ਮਾਲਕ, ਜਗ ਦੀ ਜੋਤ ਚਵਰ ਛਤਰ ਤਖਤ ਦੇ ਰਹਿਨੁਮਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਗੁਰਦੇਵ ਦੇ ਵਰਸਾਏ ਅਸਥਾਨ ਗੁਰਦੁਆਰਾ ਬੌਲੀ ਸਾਹਿਬ, ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ, ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ, ਆਸਾ ਜੀ ਦੀ ਵਾਰ ਦਾ ਹਰ ਜਸ ਕੀਰਤਨ ਹੋਇਆ। ਉਪਰੰਤ ਧੰਨ ਸ਼ੱਕਰ ਦੇ ਖਜ਼ਾਨੇ ਬੰਦਗੀ ਦੀ ਮੂਰਤ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਕਥਾ ਚੱਲ ਰਹੀ ਹੈ। 10 ਸ਼ਲੋਕਾਂ ਦੀ ਕਥਾ ਸੰਪੂਰਨ ਹੋ ਚੁੱਕੀ ਹੈ। ਅੱਜ 11ਵੇਂ ਸ਼ਲੋਕ ਆਰੰਭ ਹੋਣੇ ਹਨ। ਗੁਰੂ ਗਰੀਬ ਨਵਾਜ ਜੀ ਸਿਰ ਤੇ ਹੱਥ ਰੱਖਣ, ਆਪ ਕਿਰਪਾ ਕਰਕੇ ਸੇਵਾ ਕਰਾ ਲੈਣ। ਆਓ ਕੁਝ ਸਮਾਂ ਗੁਰੂ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਨੇ, ਇਕਾਗਰਤਾ ਦੇ ਨਾਲ ਆਨੰਦ ਪ੍ਰਾਪਤ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪ ਲਿਏ ਲੜ ਲਾਏ ਆਪ ਲਿਏ ਲੜ ਲਾਏ ਥੱਲੇ ਪੜ ਆਪ ਲਿਏ ਲੜ ਲਾਏ ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ ਫਰੀਦਾ ਦਰ ਦਰਵੇਸ਼ ਸੇ ਤਿਨ ਤਨ ਜਣੇ ਦੀ ਮਾਂ 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 ਆਏ ਸਫਲ ਸੇ ਫਰੀਦਾ ਆਏ ਸਫਲ ਸੇ ਧੰਨ ਬਾਬਾ ਫਰੀਦ ਸਾਹਿਬ ਕਹਿੰਦੇ ਧੰਨ ਉਹਨਾਂ ਦੀ ਮਾਂ ਹੈ ਜਿਨ੍ਹਾਂ ਨੇ ਜੀਵਨ ਸਫਲਾ ਕੀਤਾ, ਰੱਬ ਦੀ ਬੰਦਗੀ ਕੀਤੀ ਹੈ, ਰੱਬ ਨੂੰ ਪਿਆਰ ਕੀਤਾ ਹੈ, ਇਬਾਦਤ ਕੀਤੀ ਹੈ। ਉਹਨਾਂ ਦਾ ਆਉਣਾ ਵੀ ਧੰਨ ਹੈ, ਉਹਨਾਂ ਦਾ ਬਾਪੂ ਵੀ ਧੰਨ ਹੈ, ਉਹਨਾਂ ਦੀ ਮਾਈ ਵੀ ਧੰਨ ਹੈ। ਤੋ ਆਓ ਸਾਧ ਸੰਗਤ ਕਰੀਏ ਦਰਸ਼ਨ ਬਾਬਾ ਫਰੀਦ ਸਾਹਿਬ ਜੀ। ਸਾਰੇ ਮੁੱਖ ਚੋਂ 5 ਵਾਰੀ ਆਖੋ ਧੰਨ ਧੰਨ ਬਾਬਾ ਫਰੀਦ ਜੀ, 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 ਧੰਨ ਧੰਨ ਬਾਬਾ ਫਰੀਦ, ਧੰਨ ਧੰਨ ਬਾਬਾ ਫਰੀਦ ਜੀ, ਧੰਨ ਧੰਨ ਬਾਬਾ ਫਰੀਦ, ਧੰਨ ਧੰਨ ਬਾਬਾ ਫਰੀਦ ਜੀ। ਧੰਨ ਧੰਨ ਬਾਬਾ ਫਰੀਦ ਜੀ। ਧੰਨ ਤਾਂ ਆਖਿਆ 36 ਸਾਲ ਸਾਈਂ ਦੀ ਇਬਾਦਤ ਕੀਤੀ, ਉਹ ਵੀ ਨਿਰੰਤਰ ਚੌਂਕੜਾ ਦਿਨੇ ਰਾਤ ਅੱਲਾ 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 ਅੱਲਾ। ਆਪਾਂ ਤਾਂ 5-4 ਮਿੰਟ ਵਾਲੇ ਆ ਸਾਰੇ। ਪਹਿਲੀ ਗੱਲ ਤਾਂ ਗੁਰੂ ਘਰ ਆਉਂਦਾ ਹੀ ਨਹੀਂ ਕੋਈ। ਹੁਣ ਦੁਨੀਆ ਵਿਸ਼ੇ ਵਿਕਾਰਾਂ ਦੇ ਵਿੱਚ ਕੰਬਲਾਂ 'ਚ ਪਈ ਹੈ। ਕੋਈ ਵਿਰਲੀ ਰੂਹ ਹੋਵੇਗੀ ਜਿਹੜੀ ਕਵੇਗੀ ਨਹੀਂ ਮਨਾ, ਸਾਹਿਬਜ਼ਾਦੇ 450 ਫੁੱਟ ਦੇ ਵਿੱਚ ਬੈਠੇ ਹੈ ਤੇ ਆਪਾਂ ਇੰਨੇ ਗਰਮ ਕੱਪੜੇ ਗੱਡੀਆਂ ਕਰੇ ਆਪਾਂ ਮੱਥਾ ਟੇਕਣ ਹੀ ਨਹੀਂ ਜਾ ਸਕਦੇ। ਤੋ ਇਸ ਕਰਕੇ ਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਵੇ ਤਾਂ ਹੀ ਉੱਦਾਂ ਨਹੀਂ। ਮਹਾਰਾਜ ਆਪ ਹੀ ਉਦਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਅਰਦਾਸ ਕਰਿਆ ਕਰੋ ਸਤਿਗੁਰੂ ਮੈਨੂੰ ਅੰਮ੍ਰਿਤ ਵੇਲਾ ਬਖਸ਼ੋ, ਮੈਨੂੰ ਸੰਗਤ ਦਾ ਪਿਆਰ ਬਖਸ਼ੋ, ਮੈਨੂੰ ਨਿਤਨੇਮ ਦੀ ਦਾਤ ਬਖਸ਼ੋ, ਮੇਰੇ ਉੱਤੇ ਦਿਆਲ ਹੋਵੋ ਸਤਿਗੁਰੂ। ਤਾਂ ਕਰਕੇ ਫਿਰ ਚੌਂਕੜੇ ਵੱਜਦੇ। ਬਾਬਾ ਫਰੀਦ ਸਾਹਿਬ ਜੀ 3 ਵਾਰੀ 12-12 ਸਾਲ ਇਬਾਦਤ ਕੀਤੀ ਹੈ।
ਤੋ ਇਸ ਕਰਕੇ ਮਹਾਰਾਜ ਜੀ ਦੇ ਪਿਆਰਿਆਂ ਦੇ ਬੋਲ, ਕਿਉਂਕਿ ਸੰਗਤੇ ਇਹ ਉਸ ਮਹਾਂਪੁਰਖ ਦੇ ਬੋਲ ਆਪਾਂ ਪੜ੍ਹਦੇ ਹਾਂ ਜਿਹਦੀ ਰਸਨਾ ਨੂੰ ਸ਼ੱਕਰਗੰਜ ਦਾ ਖਿਤਾਬ ਮਿਲਿਆ, ਵੀ ਉਹਨਾਂ ਦੀ ਜ਼ੁਬਾਨ ਤੇ ਸ਼ੱਕਰ ਹੀ ਸੀ, ਇੰਨਾ ਮਿੱਠਾ ਸੀ ਬਾਬਾ ਫਰੀਦ ਸਾਹਿਬ ਜੀ। ਨਿਮਰਤਾ ਵੀ ਅੱਤ ਦੀ। ਇੱਕ ਵਾਰੀ ਕਹਿੰਦੇ ਕੋਈ ਦਰਵੇਸ਼ੀ ਫਕੀਰ ਆਇਆ ਮੁਲਤਾਨ ਵਿੱਚ, ਤੇ ਬਾਬਾ ਫਰੀਦ ਸਾਹਿਬ ਨੂੰ ਵੀ ਸ਼ੌਂਕ ਹੁੰਦਾ ਸੀ, ਕਿਉਂਕਿ ਜਿੱਦਾਂ ਤੁਸੀਂ ਕਥਾ ਕੀਰਤਨ ਨੂੰ ਪਿਆਰ ਕਰਦੇ ਆ, ਕੋਈ ਕਲਾਕਾਰਾਂ ਨੂੰ ਪਿਆਰ ਕਰਦਾ, ਗੰਦਗੀ ਨੂੰ ਪਿਆਰ ਕਰਦਾ, ਕੋਈ ਬੰਦਗੀ ਨੂੰ ਪਿਆਰ ਕਰਦਾ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਦਾ ਸ਼ੌਂਕੇ ਜਗ੍ਹਾ ਫਕੀਰਾਂ ਨੂੰ ਬਹੁਤ ਚਾਅ ਕਰਕੇ ਮਿਲਦੇ ਸੀ, ਕਿਉਂਕਿ ਜਿਹੋ ਜੀ ਸੰਗਤ 'ਚ ਮਿਲਾਂਗੇ ਉੱਦਾਂ ਦਾ ਫਲ ਪ੍ਰਾਪਤ ਹੁੰਦਾ। ਤੋ ਬਾਬਾ ਫਰੀਦ ਸਾਹਿਬ ਜੀ ਨੂੰ ਦਰਵੇਸ਼ੀ ਫਕੀਰ ਨੇ ਇੱਕ ਅਨਾਰ ਦਿੱਤਾ, ਕਹਿੰਦੇ ਲੈ ਫਰੀਦ ਪ੍ਰਸ਼ਾਦ ਵੰਡ ਦੇ ਸਾਰਿਆਂ। ਬਾਬਾ ਫਰੀਦ ਸਾਹਿਬ ਜੀ ਸੰਗਤ ਬਹੁਤ ਇਕੱਠੀ ਹੋ ਗਈ, ਕਿਉਂਕਿ ਪੁਰਾਣੇ ਸਮੇਂ 'ਚ ਦੁਨੀਆ ਦਾ ਸੁਭਾਅ ਸਤੋਗੁਣੀ ਸੀ, ਵੀ ਚੰਗੀ ਚੀਜ਼ ਨੂੰ ਜ਼ਿਆਦਾ ਸੁਣਦੇ ਸੀ। ਅੱਜ ਕੱਲ੍ਹ ਦਾ ਸੁਭਾਅ ਇਹ ਗੰਦੀ ਚੀਜ਼ ਨੂੰ ਜ਼ਿਆਦਾ ਸੁਣਦੇ। ਕੀਰਤਨ 5 ਮਿੰਟ ਬਵਾਂਗੇ, 10 ਮਿੰਟ ਬਵਾਂਗੇ ਤੇ ਪੈਲਸ ਵਿੱਚ 15 ਘੰਟੇ ਪਈ ਜਾ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਵੀ ਆਏ ਮੁਰਸ਼ਿਦ ਨੂੰ, ਪਿਆਰੇ ਨੂੰ, ਫਕੀਰ ਨੂੰ ਮਿਲਣ ਕੀ ਹੱਜ ਕਰਕੇ ਆਇਆ ਹੈ, ਪ੍ਰਸ਼ਾਦ ਲਿਆਇਆ। ਪਹਿਲਾਂ ਤਾਂ ਆਪਣੇ ਵੀ ਰਿਵਾਜ ਹੁੰਦਾ ਸੀ, ਜਦੋਂ ਦਾਦੀ ਨੇ ਗੁਰਦੁਆਰੇ ਆਉਣਾ, ਦਾਦੀ ਨੇ ਕੌਲੀ 'ਚ ਫੁੱਲੀਆਂ ਲੈ ਕੇ ਆਉਣੀ, ਤੇ ਉਹ ਫੁੱਲੜੀਆਂ ਲੜਨਾ ਛੋਟੇ ਹੁੰਦਿਆਂ ਕਹਿਣਾ ਮੈਂ ਜ਼ਿਆਦੀਆਂ ਲੈਣੀਆਂ ਮੈਂ। ਹੁਣ ਤੇ ਉਹ ਵੀ ਖਤਮ ਹੋ ਗਿਆ, ਹੁਣ ਤੇ ਪ੍ਰਸ਼ਾਦ 5-5 ਦਿਨ ਕੌਲੀ 'ਚ ਹੀ ਰੁਲਦਾ ਰਹਿੰਦਾ, ਕੋਈ ਖਾਂਦਾ ਹੀ ਨਹੀਂ। ਆਖੋ ਸਤਿਨਾਮ। ਬਹੁਤ ਵੱਡੀਆਂ ਚੀਜ਼ਾਂ ਸਾਡੇ ਤੋਂ ਗਵਾਚੀਆਂ। ਅੱਗੇ ਲੜਨਾ ਕਹਿਣਾ ਮਾਂ ਜ਼ਿਆਦਾ ਲਿਆਇਆ ਕਰ, ਤੇ ਹੁਣ ਮਾਂ ਵਿਚਾਰੀ ਜਾਂਦੀ ਆ ਕਮਰੇ 'ਚ, ਕਹਿੰਦੇ ਨਹੀਂ ਬੱਚੇ ਸੁੱਤੇ, ਉਹਨੂੰ ਟਿਊਸ਼ਨ ਜਾਣਾ, ਛੇੜਿਓ ਨਾ। ਉਹ ਪ੍ਰਸ਼ਾਦ 5-5 ਦਿਨ ਕੌਲੀਆਂ 'ਚ ਰੁਲਦਾ। ਇਹਨੂੰ ਕਹਿੰਦੇ ਮਾੜੇ ਦਿਨਾਂ ਦੀ ਨਿਸ਼ਾਨੀ। ਬੇਮੁਖ ਹੋਏ ਰਾਮ ਤੇ ਲੱਗਣ ਜਨਮ। ਉਦੋਂ ਇੰਨੀ ਕੁ ਸ਼ਰਧਾ ਹੁੰਦੀ ਸੀ, ਨਾਲੇ ਪ੍ਰਸ਼ਾਦ ਛਕਣਾ, ਨਾਲੇ ਕਹਿਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੋ ਇਸ ਕਰਕੇ ਫਕੀਰ ਨੇ ਅਨਾਰ ਦਿੱਤਾ। ਤੋ ਬਾਬਾ ਫਰੀਦ ਸਾਹਿਬ ਜੀ ਨੇ ਉਹ ਅਨਾਰ ਸਾਰੀ ਸੰਗਤ ਨੂੰ ਵੰਡਤਾ, ਤੇ ਆਪਦੀ ਵਾਰੀ ਮੇਰੀ ਮੁੱਕ ਗਿਆ। ਜੇ ਕਹਿਣ ਲੱਗੇ ਜੀ ਮੈਂ ਤਾਂ ਰਹਿ ਹੀ ਗਿਆ, ਮੈਨੂੰ ਤਾਂ ਦਿੱਤਾ ਹੀ ਨਹੀਂ ਤੁਸੀਂ। ਤੇ ਉਸ ਵੇਲੇ ਸਾਧ ਸੰਗਤ ਜੀ ਉਸ ਫਕੀਰ ਦੀ ਨਜ਼ਰ ਪਈ ਤੇ ਇੱਕ ਦਾਣਾ ਥੱਲੇ ਡਿੱਗਾ ਪਿਆ। ਕਹਿੰਦੇ ਫਰੀਦ ਜੀ ਆਓ ਤੁਸੀਂ ਲੈ ਲਓ। ਉਹਨਾਂ ਨੇ ਚੁੱਕ ਕੇ ਝੱਗੇ ਨਾਲ ਸਾਫ਼ ਕਰਕੇ ਤੇ ਛਕ ਲਿਆ, ਤੇ ਜਦੋਂ ਛਕਿਆ ਐਸਾ ਰਸ ਆਇਆ, ਐਸਾ ਆਨੰਦ ਆਇਆ, ਉਸ ਰਸ ਦੇ ਵਿੱਚ ਫਰੀਦ ਸਾਹਿਬ ਜੀ ਝੂਮ ਉੱਠੇ। ਕਹਿੰਦੇ ਫਕੀਰਾ ਇੱਕ ਗੱਲ ਕਹਾਂ, ਕਹਿੰਦੇ ਫਰੀਦ ਕਹਿ। ਕਹਿੰਦਾ ਜੇ ਮੈਨੂੰ ਪਤਾ ਹੁੰਦਾ ਇੰਨਾ ਸਵਾਦ ਹੈ ਨਾ, ਤੇ ਮੈਂ ਲੈ ਕੇ ਭੱਜ ਜਾਣਾ ਸੀ, ਮੈਂ ਕਿਸੇ ਨੂੰ ਦੇਣਾ ਹੀ ਨਹੀਂ ਸੀ। ਆਖੋ ਸਤਿਨਾਮ। ਮੈਂ ਇਕੱਲੇ ਨੇ ਖਾਣਾ ਸੀ ਸਾਰਾ, ਪਰ ਨਹੀਂ। ਗੁਰੂ ਨਾਨਕ ਦੇ 3 ਪੈਗਾਮ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਪਰ ਬਾਬਾ ਫਰੀਦ ਨੂੰ ਉਹ ਫਕੀਰ ਕਹਿੰਦਾ ਫਰੀਦ ਬਾਕੀ ਨਾਰ ਸਾਰਾ ਅਜਾਈ ਸੀ, ਇਹ ਦਾਣਾ ਤਾਂ ਰਸ ਨਾਲ ਭਰ ਗਿਆ, ਤਾਂ ਕੀਮਤੀ ਬਣ ਗਿਆ, ਕਿਉਂਕਿ ਇਹਨੇ ਸਾਰਿਆਂ ਦੇ ਚਰਨਾਂ ਦੀ ਧੂੜ ਨੂੰ ਚੱਖ ਲਿਆ ਹੈ। ਜਾਣੀ ਇਸ ਸਾਖੀ ਦਾ ਉਦਾਹਰਨ ਇਹ ਹੈ ਕਿ ਜਿਹੜਾ ਬੰਦਾ ਆਪਣੀ ਜ਼ਿੰਦਗੀ 'ਚ ਨਿਮਰਤਾ ਧਾਰਨ ਕਰ ਲੈਂਦਾ ਨਾ, ਸਮਝ ਲਓ ਰਸ ਰਸ ਰਸ। ਜਦੋਂ ਵੀ ਆਪਣੇ ਅੰਦਰ, ਜਦੋਂ ਦਰਖਤ ਨੂੰ ਜ਼ਿਆਦਾ ਫਲ ਪੈਂਦਾ ਤੇ ਉਹਦੀਆਂ ਟਾਹਣੀਆਂ ਧਰਤੀ ਵੱਲ ਨੂੰ ਝੁਕ ਜਾਂਦੀਆਂ। ਇਸੇ ਤਰ੍ਹਾਂ ਮਾਰੇ ਕਹਿੰਦੇ ਜਿਸ ਰੂਹ ਨੂੰ ਰੱਬ ਦਾ ਰੰਗ ਲੱਗਦਾ ਨਾ, ਕੋਈ ਮੰਦਰ ਜਾਂਦਾ, ਮਸਜਿਦ ਜਾਂਦਾ, ਚਰਚ ਜਾਂਦਾ, ਗੁਰਦੁਆਰੇ, ਮੁਬਾਰਕ ਹੈ। ਪਰ ਕਹਿੰਦੇ ਜਿਹਨੂੰ ਵੀ ਸਾਈਂ ਦਾ ਰੰਗ ਲੱਗ ਜਾਂਦਾ, ਉਹਦੀ ਨਿਸ਼ਾਨੀ ਕੀ ਹੈ? ਉਹਦੇ 'ਚ ਨਿਮਰਤਾ ਆ ਜਾਂਦੀ। ਉਹ ਕਿਸੇ ਨਾਲ ਝਗੜਾ ਨਹੀਂ ਕਰਦਾ, ਕਿਸੇ ਨਾਲ ਫਜ਼ੂਲ ਬਾਤ ਨਹੀਂ ਪਾਉਂਦਾ। ਉਹ ਤੇ ਬਸ ਰੰਗ ਹੱਸੇ ਰੰਗ ਰੋਵੇ, ਚੁੱਪ ਪੀ ਕਰ ਜਾਏ, ਪਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚੇ ਨਾਏ। ਕਹਿੰਦੇ ਉਹ ਤਾਂ ਰੰਗ ਵਿੱਚ ਹੱਸਦਾ, ਰੰਗ ਵਿੱਚ ਰੋਂਦਾ, ਕਿਸੇ ਦੀ
ਪਰਵਾਹ ਨਹੀਂ ਕਰਦਾ। ਭਾਵ ਤੁਸੀਂ ਰੋਜ਼ ਗੁਰਮੁਖੋ ਸੰਗਤ ਚ ਆਉਂਦੇ ਜੇ, ਬਸ ਇੱਕੋ ਚੀਜ਼ ਵੇਖਣੀ ਹੈ ਕਿ ਨਿਮਰਤਾ ਧਾਰਨ ਕਰੀ ਚੱਲੋ ਜਿੰਨੀ ਵੀ ਹੁੰਦੀ। ਜਿੰਨਾ ਰਸ ਲੈਣਾ ਚਾਹੋਗੇ ਨਿਮਰਤਾ 'ਚ, ਜਿੰਨਾ ਜ਼ਿਆਦਾ ਬੋਲਾਂਗੇ ਝਗੜਾ ਕਰਾਂਗੇ ਰਸ ਨਹੀਂ ਆਵੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਨੂੰ ਉਹ ਫਕੀਰ ਕਹਿੰਦਾ, ਫਰੀਦ ਜੀ ਅਨਾਰ ਵਿੱਚ ਰਸ ਨਹੀਂ ਸੀ, ਰਸ ਸੀ ਸੰਗਤ ਦੇ ਚਰਨਾਂ 'ਚ। ਇਹ ਥੱਲੇ ਡਿੱਗ ਪਿਆ ਕਰਕੇ ਇਹਨੂੰ ਰਸ ਚੜ ਗਿਆ ਤੇ ਤੂੰ ਛਕ ਲਿਆ ਤੇ ਆਨੰਦ ਆਇਆ ਹੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਅੱਖੀਂ ਦੇਖ ਪਤੀਆਂ, ਸੁਣ ਸੁਣ ਰੀਣੇ ਕੰਨ। ਧੰਨ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੇਰੀਆਂ ਅੱਖਾਂ ਦੇਖ ਪਤੀੜੀਆਂ, ਕਹਿੰਦੇ ਇਹ ਸਭ ਤੋਂ ਅਨਮੋਲ ਚੀਜ਼ ਹੈ ਸਾਧ ਸੰਗਤ ਜੀ, ਆਪਣੀਆਂ ਅੱਖਾਂ। ਸਾਣਿਆਂ ਦੀ ਕਹਾਵਤ ਹੈ ਵੀ ਅੱਖਾਂ ਗਈਆਂ ਜਹਾਨ ਗਿਆ। ਹੁਣ ਸਾਰੀ ਮਖਲੂਕ ਸਾਰੀ ਕਾਇਨਾਤ ਇਹਨਾਂ ਅੱਖਾਂ ਕਰਕੇ ਤੁਰੀ ਫਿਰਦੀ ਹੈ। ਹੁਣ ਆਪਣਾ ਜਿੱਥੇ ਜੀ ਕਰਦਾ ਆਪਾਂ ਗੱਡੀ ਭਜਾ ਲੈਨੇ, ਪਰ ਬਾਣੀ ਕਹਿੰਦੀ ਕਦਰ ਕਰਿਆ ਕਰ। ਅੱਖਾਂ ਦੇ ਵਿੱਚ ਘੱਟਾ ਪੈ ਜੇ 2 ਮਿੰਟ ਤੇ ਬੰਦਾ ਕਹਿੰਦਾ ਮੈਂ ਮਰ ਗਿਆ, ਮੈਨੂੰ ਦੀਦਾ ਹੀ ਕੁਛ ਨਹੀਂ। ਤੋ ਸਾਧ ਸੰਗਤ ਜੀ ਇਹ ਅਨਮੋਲ ਜੋਤ ਹੈ ਜਿਹੜੀ ਨਾ, ਇਹਦੀ ਕਦਰ ਕਰੀਏ। ਇਹ ਰੱਬ ਜੀ ਨੇ ਦਿੱਤੀ ਹੈ ਤੇ ਮਹਾਰਾਜ ਕਹਿੰਦੇ ਅੱਖਾਂ ਦਿੱਤੀਆਂ ਸੀ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਹਿੰਦੇ ਅੱਖਾਂ ਮਿਲੀਆਂ ਹੀ ਸੀ ਦੀਦਾਰ ਕਰਨ ਵਾਸਤੇ, ਦਰਸ਼ਨ ਕਰਨ ਵਾਸਤੇ, ਪਰ ਅੱਜ ਦੀ ਤਰੀਕ ਦੇ ਵਿੱਚ ਇਹ ਅੱਖਾਂ ਜਿਹੜੀਆਂ ਨੇ ਇਹ ਮੋਬਾਈਲ ਚਲਾਉਣ ਨੂੰ ਹੀ ਮਿਲੀਆਂ ਲੱਗਦੀਆਂ। ਆਖੋ ਸਤਿਨਾਮ। ਜਾਂ ਟੀਵੀ ਵੇਖਣ ਨੂੰ ਮਿਲੀਆਂ ਲੱਗਦੀਆਂ, ਜਾਂ ਦੁਨੀਆ ਦੇ ਰੰਗ ਤਮਾਸ਼ੇ। ਤੋ ਇਸ ਕਰਕੇ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਸਾਨੂੰ ਪਿਆਰ ਵਿੱਚ ਕਹਿੰਦੇ ਫਰੀਦਾ ਅੱਖੀਂ ਦੇਖ ਪਤੀਣੀਆਂ। ਹੁਣ ਪਤਲੀਆਂ ਪੈ ਗਈਆਂ ਅੱਖਾਂ, ਭਾਵ ਸਾਰੀ ਜ਼ਿੰਦਗੀ ਇਹਨਾਂ ਅੱਖਾਂ ਨੇ ਇੰਨਾ ਕੁ ਵੇਖਿਆ ਹੁਣ ਹੱਥ ਰੱਖ ਕੇ ਇੱਦਾਂ ਵੇਂਦਾ ਕੌਣ ਆਉਂਦਾ। ਅੱਖਾਂ 'ਚੋਂ ਦਿਸਣਾ ਘਟ ਗਿਆ ਹੈ। ਹੁਣ ਇਹ ਅੱਖਾਂ ਦੀ ਜੋਤ ਪਾਠ ਕਰ ਥੋੜ੍ਹਾ ਘਟੀ, ਕਿਤੇ ਸਹਿਜ ਪਾਠ ਕਰ ਥੋੜ੍ਹਾ ਡਾਊਨ ਹੋ ਗਈ, ਨਹੀਂ। ਦੁਨੀਆ ਦੇ ਰੰਗ ਤਮਾਸ਼ੇ ਅੱਖੀਂ ਦੇਖ ਨਾ ਰੱਜੀਆਂ ਬਹੁ। ਤੋ ਇਸ ਕਰਕੇ ਮੇਰੇ ਹਜ਼ੂਰ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ ਅੱਖੀਂ ਦੇਖ ਪਤੀਣੀਆਂ। ਕਹਿੰਦੇ ਅੱਖਾਂ ਤੇਰੀਆਂ ਸੁੱਕ ਗਈਆਂ, ਵਿੱਚ ਵੜ ਗਈਆਂ, ਹੁਣ ਡਾਊਨ ਹੋ ਗਈ ਜੋਤ, ਤੇ ਇਹਨਾਂ ਅੱਖਾਂ ਨਾਲ ਤੂੰ ਵੇਖੀ ਤਾਂ ਗੰਦਗੀ ਹੈ। ਸੁਣ ਰੀਣੇ ਕੰਨ, ਕਹਿੰਦੇ ਕੰਨਾਂ ਨੇ ਵੀ ਬੜਾ ਸੁਣਿਆ, ਹੁਣ ਬੋਲੇ ਹੋ ਗਏ। ਹੁਣ ਉੱਚੀ ਕਹਿੰਦਾ ਬੋਲ ਥੋੜ੍ਹਾ ਜਿਹਾ ਬਾਬਾ, ਉੱਚੀ ਬੋਲ। ਕਹਿੰਦੇ ਕੰਨ ਕਿੱਦਾਂ ਡਾਊਨ ਹੋਏ, ਗੰਦੇ ਗੀਤ ਸੁਣ ਕੇ, ਦੁਨੀਆ ਦੀਆਂ ਚੁਗਲੀਆਂ ਨਿੰਦਿਆ ਵਖੀਲੀਆਂ ਸੁਣ ਕੇ ਕੰਨ ਡਾਊਨ ਹੋ ਗਏ। ਇੱਦਾਂ ਨਹੀਂ ਕਿ ਕੀਰਤਨ ਸੁਣ ਕੇ, ਕਥਾ ਸੁਣ ਕੇ। ਕਈ ਰੂਹਾਂ ਹੈਗੀਆਂ ਜਿਹੜੇ 30 35 ਸਾਲ ਤੋਂ ਕੀਰਤਨ ਦੇ ਰਸਗੇ ਹੈ। ਆਖੋ ਵਾਹਿਗੁਰੂ। 40 ਸਾਲ ਤੋਂ 2 ਘੰਟੇ ਮੰਜੀ ਸਾਹਿਬ ਅੱਜ ਵੀ ਪਹਿਲਾਂ ਆਸਾ ਦੀ ਵਾਰ ਸੁਣਦੀਆਂ ਰੂਹਾਂ, ਫਿਰ ਜਿਹੜੀ ਕਥਾ ਹੁੰਦੀ ਉਹ ਸੁਣਦੀਆਂ। ਅਸਲ ਵਿੱਚ ਉਹਨਾਂ ਦਾ ਆਇਆ ਸਫਲ ਹੈ ਜਿਨ੍ਹਾਂ ਨੇ ਆਪਣਾ ਸਭ ਕੁਝ ਸਫਲ ਕਰ ਲਿਆ। ਤੋ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਅੱਖਾਂ ਵੇਖ ਕੇ ਗੰਦਗੀ ਨੂੰ ਸੁੱਕ ਗਈਆਂ, ਤੇ ਕੰਨ ਸੁਣ ਕੇ ਦੁਨੀਆ ਦੀਆਂ ਬਾਤਾਂ ਤੇ ਬੋਲੇ ਹੋ ਗਏ ਹਨ। ਅੱਖਾਂ 'ਚ ਜੋਤ ਨਹੀਂ ਰਹਿ ਗਈ, ਕੰਨਾਂ 'ਚ ਸਰੋਤ ਨਹੀਂ ਰਹਿ ਗਿਆ, ਗਲੇ 'ਚ ਰਸ ਨਹੀਂ ਰਹਿ ਗਿਆ। ਹੁਣ ਦੀਦਾ ਨਹੀਂ ਹੈ, ਸੁਣਦਾ ਨਹੀਂ, ਬੋਲਿਆ ਨਹੀਂ ਜਾਂਦਾ, ਹੋਰ ਕਰਿੰਦੀ ਵੰਨ। ਕਹਿੰਦੇ ਹੁਣ ਪੱਕ ਗਿਆ ਭਾਵ ਸਰੀਰ, ਵਡੇਪਾ ਆ ਗਿਆ ਹੈ, ਤੇ ਹੁਣ ਚਾਹੁੰਦਾ ਹੈ ਵੀ ਹੋਰ ਉੱਦਾਂ ਨਜ਼ਾਰੇ ਲਵਾਂ ਜਿੱਦਾਂ ਪਹਿਲੋਂ ਲੈਂਦਾ ਸੀ। ਅਜੇ ਵੀ ਬੰਦੇ ਦਾ ਰਸ ਜਿਹੜਾ ਦੁਨਿਆਵੀ ਤੌਰ ਤੇ ਨਹੀਂ ਮੁੱਕਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਾਲੀ ਭਾਵ ਜਵਾਨੀ ਦੇ ਵਿੱਚ ਜਿਹਨੇ ਬੰਦਗੀ ਨਹੀਂ ਨਾ ਕੀਤੀ, ਧੌਲੀ ਰਾਵੇ ਕੋਏ, ਬੁੱਢੇ ਬਾਰੇ ਵੀ ਕੋਈ। ਆਖੋ ਸਤਿਨਾਮ। ਕਈ ਵਾਰੀ ਬੰਦਾ ਕਹਿੰਦਾ ਨਾ ਵੀ ਚਲੋ ਹੁਣ ਜਵਾਨੀ ਆ, ਖਾ ਪੀ ਲਈਏ। ਕਈਆਂ ਨੂੰ ਆਖੀਦਾ ਨਾ ਕਿੱਦਾਂ ਵੀ ਅੰਮ੍ਰਿਤ ਛਕ ਲਾ,
ਬਾਬਾ ਜੀ ਛਕ ਲੈਂਦੇ ਅਜੇ ਸਲਾਹ ਜੀ ਨਹੀਂ ਬਣਦੀ, ਆਖੋ ਸਤਨਾਮ। ਤੇ ਸਲਾਹ ਕਿਉਂ ਨਹੀਂ ਬਣਦੀ? ਕਿਉਂਕਿ ਅਜੇ ਅੰਦਰ ਕੋਈ ਹੋਰ ਬੈਠਾ। ਅੰਦਰ ਜਿਹੜਾ ਸ਼ੈਤਾਨ ਹੈ ਉਹ ਹੁਣ ਕਹਿੰਦਾ ਜੇ ਥੋੜੇ ਜਿਹੇ ਹੋਰ ਪੁੱਠੇ ਕੰਮ ਕਰ ਲਾਂ, ਬਾਅਦ 'ਚ ਮੁੜ ਕੇ ਅੰਮ੍ਰਿਤ ਛਕ ਲਿਆ ਫਿਰ ਛੱਡਣੇ ਪੈਣੇ ਆ। ਤਾਂ ਕਰਕੇ ਬੰਦਾ ਕਹਿੰਦਾ ਨਹੀਂ ਜੇ ਸਲਾਹ ਜੀ ਨਹੀਂ ਬਣਦੀ। ਤੋ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਈ। ਕਹਿੰਦੇ ਜਵਾਨੀ 'ਚ ਜਿੰਨੇ ਬੰਦਗੀ ਨਹੀਂ ਕੀਤੀ, ਬੁੱਢੇ ਬਾਰੇ ਕੋਈ ਕੋਈ ਟਾਵਾਂ ਹੀ ਹੈ ਜਿਹੜਾ ਸਾਈਂ ਦੇ ਦਰਬਾਰ 'ਚ ਆ ਕੇ ਟਿਕ ਜਾਵੇਗਾ। ਕਹਿੰਦੇ ਫਰੀਦ ਸਾਹਿਬ ਕਿ ਮੈਨੂੰ ਮਾਣ ਹੈ ਆਪਣੇ ਖੁਦਾ ਤੇ, ਟੁੱਟਾ ਹੋਇਆ ਫੁੱਲ ਦੁਬਾਰਾ ਨਹੀਂ ਜੁੜ ਸਕਦਾ, ਪੱਕੀ ਹੋਈ ਟਾਹਣੀ ਦੁਬਾਰਾ ਹਰੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਪੁੱਟੇ ਹੋਏ ਦਰਖਤ ਕਦੇ ਹਰੇ ਨਹੀਂ ਹੁੰਦੇ, ਟੁੱਟਾ ਹੋਇਆ ਸੀਸਾ ਦੁਬਾਰਾ ਨਹੀਂ ਜੁੜਦਾ, ਟੁੱਟਾ ਹੋਇਆ ਤਾਰਾ ਦੁਬਾਰਾ ਨਹੀਂ ਜੁੜਦਾ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਕਹਿੰਦੇ ਮੇਰਾ ਸਾਈਂ ਇੰਨੀ ਕੁ ਤਾਕਤ ਰੱਖਦਾ ਹੈ ਕਿ ਬੰਦਾ ਗਲਤੀਆਂ ਕਰਕੇ ਆ ਕੇ ਮਾਫੀ ਮੰਗ ਲੇ ਨਾ ਸੰਗਤ ਵਿੱਚ, ਮਹਾਰਾਜ ਦੇ ਸਾਹਮਣੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਕਬੂਲ ਕਰ ਲਏ ਆਪਣੇ ਗੁਨਾਹ ਕਿ ਸਤਿਗੁਰੂ ਮੈਂ ਤੇਰੇ ਤੋਂ ਵਿਸਰਿਆ ਸੀ, ਤੇਥੋਂ ਦੂਰ ਗਿਆ ਸੀ, ਮੈਂ ਕੁਕਰਮ ਕਰਦਾ ਰਿਹਾ, ਮੈਨੂੰ ਬਖਸ਼ ਲੋ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਮੇਰਾ ਸਾਈਂ ਇੰਨਾ ਕੁ ਨਿਆਰਾ ਏ, ਇੰਨਾ ਕੁ ਪਿਆਰਾ ਹੈ, ਇੰਨੀ ਕੁ ਬਖਸ਼ਿਸ਼ ਦਾ ਮਾਲਕ ਹੈ, ਫੇਰ ਬਖਸ਼ ਦਿੰਦਾ। ਸਾਰੇ ਗਾ ਕੇ ਪੜੋ ਜੀ। ਕਰ ਸਾਈਂ ਸਿਉ ਪਿਰਹੜੀ, ਕਰ ਸਾਈਂ ਸਿਉ ਪਿਰਹੜੀ, ਕਰ ਸਾਈਂ ਸਿਉ ਪਿਰਹੜੀ, ਕਰ ਸਾਈਂ ਸਿਉ ਪਿਰਹੜੀ। ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ, ਕਰ ਸਾਈਂ ਸਿਉ ਪਿਰਹੜੀ, ਕਰ ਸਾਈਂ ਸਿਉ ਪਿਰਹੜੀ। ਕਰ ਸਾਈਂ ਸਿਉ ਪਿਰਹੜੀ, ਕਰ ਸਾਈਂ ਸਿਉ ਪਿਰਹੜੀ। ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ, ਮਹਾਰਾਜ ਫਰੀਦ ਸਾਹਿਬ ਕਹਿੰਦੇ ਆ ਜਾ, ਜਾ ਕਿਤੇ ਬੁੱਢੇ ਬਾਰੇ ਮਾਰ ਲਾ ਚੌਂਕੜਾ, ਹੋ ਸਕਦਾ ਅਗਲਾ ਜਨਮ ਫੇਰ ਮਨੁੱਖਾ ਹੀ ਮਿਲ ਜੇ। ਮਹਾਰਾਜ ਇੱਕ ਮੌਕਾ ਤੈਨੂੰ ਫੇਰ ਦੇ ਦੇਣ ਵੀ ਜਾ, ਇੱਕ ਮੌਕਾ ਦਿੰਨੇ ਆ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਪਿਰਹੜੀ ਮੈਨੇ ਪਿਆਰ, ਕਰ ਸਾਈਂ ਸਿਉ ਪਿਰਹੜੀ। ਪਿਰਹੜੀ ਦੇ ਅਰਥ ਕਈ ਨੇ ਪਰ ਸੂਖਮ ਅਰਥ ਹੈ ਪਿਆਰ। ਤੇ ਆਪਾਂ ਪਿਆਰ ਕਿਹਦੇ ਨਾਲ ਕਰਦੇ? ਮਾਸੀ ਨਾਲ, ਮਾਮਿਆਂ ਨਾਲ, ਚਾਚਿਆਂ ਨਾਲ, ਸੱਜਣਾ ਮਿੱਤਰਾਂ ਨਾਲ, ਕਿਉਂਕਿ ਜਿੱਥੇ ਪਿਰਹੜੀ ਹੋਵੇ ਉੱਥੇ ਬਈਦਾ। ਤੇ ਅੱਜ ਸਾਰਿਆਂ ਕੋ ਬਹਿ ਜਾਈਦਾ ਆਪਾਂ, ਆਂਢੀ ਕੋ, ਗਵਾਂਢੀ ਕੋ, ਮਾਸੀ ਕੋ, ਚਾਚੀ ਕੋ, ਤਾਈ ਕੋ, ਭੂਆ ਕੋ, ਨਾਨੀ ਕੋ। ਤੇ ਕਿੱਥੋਂ ਡਰ ਲੱਗਦਾ? ਗੁਰੂ ਗ੍ਰੰਥ ਸਾਹਿਬ ਦੇ ਕੋਲ ਅਖੰਡ ਪਾਠ ਚੱਲਦਾ ਹੋਵੇ ਨਾ ਕਿਸੇ ਦੇ ਘਰੇ, ਤੇ ਘਰੋਂ ਕਹਿਣਗੇ ਜੀ ਆ ਪੁੱਤ ਕੱਪੜੇ ਫੜਾਇਓ ਮੈਨੂੰ, ਮੈਂ ਭੋਗ ਤੇ ਜਾਣਾ। ਤੇ ਭੋਗ ਤੇ ਜਾ ਕੇ ਕੀਤਾ ਕੀ? ਖਾ ਕੇ ਪਕੌੜੇ, ਚਾਹ ਪੀ ਕੇ, ਕੌਫੀ ਦਾ ਕੱਪ ਤੇ ਕੁਰਸੀ ਤੇ ਬਹਿ ਕੇ ਮੋਬਾਈਲ ਕੱਢ ਲਿਆ, ਦੋ ਤਿੰਨਾਂ ਨਾਲ ਗੱਲਾਂ ਕਰ ਲੀਆਂ, ਅੰਦਰ ਗਿਆ ਟੇਕ ਕੇ 10 ਰੁਪਈਏ ਮੱਥਾ ਤੇ ਫਿਰ ਬਾਹਰ ਆ ਗਿਆ ਤੇ ਘਰੇ ਕਹਿ ਕੇ ਆਇਆ ਮੈਂ ਭੋਗ ਤੇ, ਬੋਲ ਦਿਓ, ਚੱਲਿਆ। ਭੋਗ ਦੇ ਅਰਥ ਕਾਹਨ ਸਿੰਘ ਨਾਭਾ ਮਹਾਨ ਕੋਸ਼ ਦੇ ਕਰਤਾ ਉਹਨਾਂ ਕੀਤੇ। ਕਹਿੰਦੇ ਭੋਗ ਦਾ ਅਰਥ ਹੈ ਕਿਸੇ ਚੀਜ਼ ਨੂੰ ਛਕਣਾ, ਵਰਤਣਾ। ਸ਼ਲੋਕ ਤੇ ਕਹਿੰਦੇ ਤੂੰ ਇੱਕ ਨਹੀਂ ਸੁਣਦਾ, ਨਾ ਤੂੰ ਕਿਤੇ ਮਾਰੇ ਤੇ ਕਿਤੇ ਸੇਵਾ ਕਰਦਾ, ਅੰਦਰ ਤੂੰ 2 ਮਿੰਟ ਨਹੀਂ ਬਹਿੰਦਾ ਤੇ ਤੂੰ ਕਹਿ ਛੱਡਦਾ ਮੈਂ ਭੋਗ ਤੇ ਚੱਲਿਆ। ਭੋਗ ਤੇ ਤੂੰ ਭੋਗਿਆ ਹੀ ਨਹੀਂ। ਇਹ ਆਪਣੀ ਹੈ ਕਮਜ਼ੋਰੀ ਹੈ ਨਾ। ਆਪਾਂ ਸਾਰੇ ਕਹਿੰਦੇ ਜੀ ਛੇਤੀ ਜਾਣਾ ਭੋਗ ਤੇ। ਭੋਗ ਦਾ ਅਰਥ ਹੈ ਕਿਸੇ ਚੀਜ਼ ਨੂੰ ਛਕਣਾ। ਹੁਣ ਜਾ ਕੇ ਲੰਗਰ ਛਕ ਲਿਆ, ਕੌਫੀ ਛਕ ਲਈ, ਚੌਲ ਛਕ ਲਈ, ਦਹੀਂ ਛਕ ਲਿਆ, ਪਰ ਬਾਣੀ ਨੂੰ ਛਕਿਆ ਹੀ ਨਹੀਂ। ਬਾਣੀ ਵੀ ਛਕਣੀ ਸੀ ਨਾ, ਲਾਗੇ ਬਹਿ ਕੇ ਜਿਹੜਾ ਸੁਣਾਉਣ ਦਿਆ ਸੀ ਕੀਰਤਨ ਉਹਦੇ ਕੋਲੇ ਬਹਿੰਦਾ,
ਉਹਨੂੰ ਕਹਿੰਦਾ ਬਾਬਾ ਜੀ ਇੱਕ ਸ਼ਬਦ ਹੋਰ ਸੁਣਾਓ। ਕਥਾ ਵਾਲੇ ਦੇ ਕੋਲੇ ਬਹਿੰਦਾ, ਗਿਆਨੀ ਜੀ ਹੋਰ ਕਿਰਪਾ ਕਰੋ। ਫਿਰ ਤੇ ਮੰਨਦੇ। ਹੁਣ ਮੰਨ ਲਓ ਪ੍ਰਸ਼ਾਦਾ ਛਕੀਦਾ, ਆਪਾਂ ਕਹਿੰਦੇ ਨਾ ਥੋੜ੍ਹੀ ਜਿਹੀ ਸਬਜ਼ੀ ਪਾ ਦਿਓ ਜੀ, ਥੋੜ੍ਹਾ ਜਿਹਾ ਦਹੀਂ ਪਾ ਦਿਓ ਜੀ। ਕਦੇ ਮਹਾਰਾਜ ਦੀ ਬਾਣੀ ਨੂੰ ਵੀ ਛਕਿਆ ਤੁਸੀਂ, ਆਨੰਦ ਮਾਣਿਆ? ਕਿਤੇ ਆਖਿਆ ਬਾਬਾ ਜੀ 2 ਮਿੰਟ ਉੱਤੇ ਲਾ ਦਿਓ? ਕਈ ਕਹਿੰਦੇ ਆ ਜਿਹੜੇ ਰਸਗੇ ਆ ਨਾ, ਜੇ 1 ਘੰਟਾ ਹੁੰਦਾ ਨਾ ਕਥਾ ਦਾ, ਉਹ ਕਹਿੰਦੇ ਬਾਬਾ ਜੀ 10 ਮਿੰਟ ਉੱਪਰ ਲਾਇਓ, ਜਾਣੀ ਉਹਨਾਂ ਨੂੰ ਭੁੱਖ ਆ ਤੇ ਕਿਹਾ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਿਆਰ ਕਰਿਆ ਕਰ ਸਾਈਂ ਨੂੰ, ਆਪਣੇ ਬੱਚਿਆਂ ਨੂੰ, ਘਰ ਵਾਲੀ ਨੂੰ। ਹੁਣ ਤੁਸੀਂ ਪਿਆਰ ਹੈ ਤੇ ਠੰਡ 'ਚ ਆਏ ਨਾ, ਕਿੰਨੀ ਠੰਡ ਹੈ, ਤੜਕੇ ਸੰਗਤ ਕਿੰਨੀ ਆਉਂਦੀ ਪ੍ਰਕਾਸ਼ ਤੇ, ਸਵੇਰੇ 4 ਵਜੇ 5:30 ਤੇ ਧੁੰਦ ਇੰਨੀ, ਦੀਦਾ ਕੁਝ ਨਹੀਂ, ਇੱਕ ਪਿਆਰ ਹੀ ਲਈ ਆਉਂਦਾ। ਜਿਹਦਾ ਨਹੀਂ ਹੈਗਾ ਉਹ ਕਹਿੰਦਾ ਗੁਰਦੁਆਰੇ ਕੀ ਰੱਖਿਆ, ਆਨੰਦ ਨਾਲ ਸਹੁੰ ਰਜਾਈ ਇੱਕ ਹੋਰ ਲਿਆ ਦੋ, ਕਹਿੰਦਾ ਠੰਡ ਬੜੀ ਜੇ ਲਵਾ ਨਾ ਲਿਓ, ਆਖੋ ਸਤਿਨਾਮ। ਪਰ ਇਹ ਚੀਜ਼ ਭੁੱਲ ਗਿਆ ਵੀ ਜਿੰਨਾ ਰਜਾਈਆਂ 'ਚ ਬਿਠਾਇਆ ਏ, ਜਿੰਨਾ ਕੋਠੀਆਂ ਦੇ ਮਾਲਕ ਬਣਾਇਆ ਏ, ਉਹ ਜਿੰਨਾ ਸਰਦਾਰ ਸ਼ਬਦ ਸਾਡੇ ਨਾਲ ਲਗਾਇਆ ਏ, ਉਹ 450 ਫੁੱਟ 'ਚ ਬੈਠੇ ਸੀ। ਅੱਜ ਮੇਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਕਿੰਨੀ ਸੀਤ ਵਰਨ ਦਈ ਹੈ, ਠੰਡ ਪੈਰ ਜੁੜਦੇ ਜਾਂਦੇ ਆ। ਪਰ ਸਾਧ ਸੰਗਤ ਜੀ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ। ਸਾਡੇ ਬਜ਼ੁਰਗ ਇਸ ਠੰਡ 'ਚ ਬਾਹਰ ਬਹਿ ਕੇ ਮਹਿਸੂਸ ਕਰਕੇ ਨਾਮ ਜਪਦੇ ਹੁੰਦੇ ਸੀ ਵੀ ਮਹਿਸੂਸ ਕਰੋ ਸਾਹਿਬਜ਼ਾਦਿਆਂ ਨੇ ਸ਼ਹੀਦੀ ਕਿੱਦਾਂ। ਹੁਣ ਤੇ ਰੱਬ ਨੇ ਮਾਇਆ ਹੀ ਇੰਨੀ ਦੇਤੀ ਆ, ਰੱਬ ਦਾ ਚੇਤਾ ਹੀ ਭੁੱਲ ਗਿਆ। ਕਿਉਂਕਿ ਵੈਸੇ ਨਾ ਲੋੜ ਨੂੰ ਬੰਦਾ ਜੁੜਦਾ। ਸਾਧ ਸੰਗਤ ਜੀ ਮੰਨ ਲਓ ਮੈਨੂੰ ਤੁਹਾਡੇ ਤੱਕ ਲੋੜ ਹੈ, ਮੈਂ ਤੁਹਾਡਾ ਸਤਿਕਾਰ ਕਰੂੰ, ਚਾਹ ਪਾਣੀ ਪੁੱਛੂੰ, ਜਦੋਂ ਲੋੜ ਖਤਮ ਹੋ ਜੇ ਉਦੋਂ ਬਸ। ਇਸੇ ਤਰ੍ਹਾਂ ਕਰਕੇ ਆਪਣੇ ਬਜ਼ੁਰਗ ਗਰੀਬ ਸੀ, ਉਹਨਾਂ ਨੂੰ ਲੋੜਾਂ ਸੀ, ਉਹ ਤਾਂ ਕਰਕੇ ਰੱਬ ਨਾਲ ਜੁੜੇ ਸੀ। ਤੇ ਹੁਣ ਤੇ ਦੇ ਹੀ ਬੜਾ ਦਿੱਤਾ ਰੱਬ ਨੇ। ਹੁਣ ਤੇ ਬੰਦਾ ਕਹਿੰਦਾ ਜਾ ਓਏ ਮੈਂ ਤੇਰੇ ਤੋਂ ਕੀ ਲੈਣਾ, ਟਰੈਕਟਰ ਮੇਰੇ ਘਰ, ਹਲ ਮੇਰੇ ਘਰ, ਤਵੀਆਂ ਮੇਰੇ ਘਰ, ਟਰਾਲੀ ਮੇਰੇ ਘਰ, ਗੱਡੀਆਂ 2 ਮੇਰੇ ਘਰ, ਮੈਨੂੰ ਕੀ ਲੋੜ ਤੇਰੀ। ਇੱਥੋਂ ਤੱਕ ਕਹਿਤਾ ਅਸੀਂ ਗੁਰੂ ਮਹਾਰਾਜ ਨੂੰ, ਕਹਿਤਾ ਜਾ ਗੁਰੂ ਗੋਬਿੰਦ ਸਿੰਘ ਤੇਰੀ ਸਾਨੂੰ ਕੀ ਲੋੜ ਹੈ। ਤਾਂ ਕਰਕੇ ਨਹੀਂ ਅਸੀਂ ਮੱਥਾ ਟੇਕਦੇ। ਅਸਲ 'ਚ ਪੋਹ ਦੇ ਮਹੀਨੇ 'ਚ ਤੇ 2 ਵਕਤ ਆਉਣਾ ਚਾਹੀਦਾ ਗੁਰੂ ਦੇ ਦਰਸ਼ਨ ਕਰਨ, ਕਿ ਇਹ ਸਾਡੇ ਸਿਰ ਤੇ ਕਰਜ਼ਾ ਹੈ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਪਿਰਹੜੀ ਰੱਜ ਕੇ ਪਿਆਰ ਕਰਿਆ ਕਰ, ਜਿੰਨਾ ਵੀ ਤੇ ਤੋਂ ਬਹਿ ਹੁੰਦਾ ਔਖਾ ਸੌਖਾ ਵਿਆਹ ਕਰ ਗੁਰੂ ਦੇ ਕੋਲ। ਬੰਦੇ ਦੇ ਕੋਲ ਬਹਿ ਕੇ ਕੀ ਖਟਿਆ ਆਪਾਂ? ਖਟਿਆ ਕੁਝ ਸੰਗਤੇ ਦੱਸੋ? ਕਿੰਨੇ ਬੰਦਿਆਂ ਕੋ ਬੈਠੇ, ਰਿਸ਼ਤੇਦਾਰਾਂ ਕੋ ਸਾਰੀ ਜ਼ਿੰਦਗੀ ਬੰਦਾ ਬੈਠਾ, ਕੀ ਦਿੱਤਾ ਇਹਨਾਂ ਨੇ? ਇਹਨਾਂ ਨੇ ਦਿੱਤੇ ਹੈ ਹੌਕੇ, ਤਨਹਾਈਆਂ, ਨਿੰਦਿਆ ਦੇ ਸ਼ਬਦ, ਇਦੋਂ ਬਾਅਦ ਕੁਛ ਨਹੀਂ ਦਿੱਤਾ। ਤੋ ਇਸ ਕਰਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਕੋ ਬਹਿ, ਇੱਥੇ ਜ਼ਿੰਦਗੀ ਮਿਲਦੀ ਹੈ। ਪਿਰਹੜੀ ਪਿਆਰ ਕਰ, ਰੰਗ ਨਵਾਂ ਹੋ ਜਾਏਗਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਬਚਨ ਵਿੱਚ ਆਏ ਹਨ। ਬਾਬਾ ਜੀ ਨੇ ਆਪਣਾ ਸ਼ਬਦ ਵਿੱਚ ਮਿਲਾਇਆ ਕਿ ਸੌਖੇ ਅਰਥ ਸਮਝ ਹੋ ਜਾਣ ਬਾਬੇ ਫਰੀਦ ਸਾਹਿਬ ਦੇ, ਇਹ ਦੁਬਿਧਾ ਨਾ ਪੈ ਜੇ ਵੀ ਕੋਈ ਇਹ ਨਾ ਸੋਚੀ ਜਾਵੇ ਕਿ ਮੈਂ ਤੇ ਬੁੱਢਾ, ਹੁਣ ਮੈਂ ਤੇ ਰੰਗਿਆ ਨਹੀਂ ਜਾਣਾ, ਹੁਣ ਨਹੀਂ ਮੈਂ ਗੁਰੂ ਘਰ ਜਾਣਾ, ਹੁਣ ਤੇ ਬਸ। ਕਈ ਕਹਿੰਦੇ ਨਾ ਬਾਬਾ ਜੀ ਪਾਪ ਬੜੇ ਕੀਤੇ, ਮੱਥਾ ਟੇਕਣ ਕੀ ਆਉਣਾ, ਪਾਪੀ ਹੈ। ਹੁਣ ਉਹਨਾਂ ਨੂੰ ਮਹਾਰਾਜ ਨੇ ਸੰਭਾਲਿਆ। ਗੁਰੂ ਅਮਰਦਾਸ ਜੀ ਕਹਿੰਦੇ ਵੇਖਿਓ ਕਿਤੇ ਇਸ ਸ਼ਲੋਕ ਨੂੰ ਉਲਟ ਲੈ ਲਿਓ, ਟੁੱਟ ਨਾ ਜਾਇਓ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਕਹਿੰਦੇ ਜਵਾਨੀ 'ਚ ਵੀ ਰੱਬ ਉਹੋ ਹੀ ਹੈ ਤੇ ਬੁਢੇਪੇ 'ਚ ਵੀ ਉਹੋ ਹੀ ਹੈ। ਜੇ ਕੋਈ ਚਿੱਤ ਕਰੇ, ਬਸ ਤੇਰੇ ਤੇ ਡਿਪੈਂਡ ਹੈ ਵੀ ਤੂੰ ਚੇਤੇ ਕਦੋਂ ਕਰਨਾ। ਬਸ ਥੋੜ੍ਹਾ ਜਿਹਾ ਤੂੰ ਆਪਣੇ ਮੂੰਹ 'ਚੋਂ ਵਾਹਿਗੁਰੂ ਸ਼ਬਦ ਕਦੋਂ ਲਿਆਉਣਾ ਹੈ। ਵਾਹਿਗੁਰੂ 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 ਵਾਹਿਗੁਰੂ। ਜੇ ਕੋਈ ਚਿੱਤ ਕਰੇ, ਚੇਤੇ ਕਰਿਆ ਕਰ ਪ੍ਰੇਮ ਦੇ ਵਿੱਚ। ਮਹਾਰਾਜ ਸਾਹਿਬ ਦੀ ਯਾਦ ਨੂੰ ਭੁਲਾ ਨਾ ਦੇਵੀਂ। ਕਹਿੰਦੇ ਆਪਣੇ ਆਪ ਨਹੀਂ ਕੁਛ ਵੀ ਹੋਣਾ, ਜੇ ਤੂੰ ਲੋੜੇ ਨਾ
ਕਿ ਮੈਂ ਆਹ ਕਰ ਲਾਂ, ਆਹ ਕਰ ਲਾਂ, ਆਹ ਕਰ ਲਾਂ। ਕੁਛ ਨਹੀਂ ਹੋਣਾ ਜਿੰਨਾ ਚਿਰ ਰੱਬ ਦੀ ਰਹਿਮਤ ਨਹੀਂ ਹੁੰਦੀ। ਉਹਦਾ ਤਰਸ ਢੀਕਿਆ ਕਰ। ਗੁਰੂ ਅਰਜਨ ਸਾਹਿਬ ਕਹਿੰਦੇ ਤਰਸ ਪਿਆ, ਜਦੋਂ ਤਰਸ ਆਉਂਦਾ ਕਿਸੇ ਨੂੰ ਤੇ ਮਿਹਰ ਹੁੰਦੀ ਹੈ, ਤੇ ਮਿਹਰ ਹੁੰਦੀ ਹੈ ਤੇ ਉਹ ਕੁਝ ਦਿੰਦਾ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਤਰਸ ਪਿਆ ਮਿਹਰਾਮ ਤੋਈ ਸਤਿਗੁਰ ਸੱਜਣ ਮਿਲਿਆ। ਕਹਿੰਦੇ ਕਿਸੇ ਦਾ ਕੋਈ ਸੱਜਣ, ਕਿਸੇ ਦਾ ਕੋਈ ਸੱਜਣ, ਕਿਸੇ ਦਾ ਮੁੱਖ ਮੰਤਰੀ ਸੱਜਣ, ਕਿਸੇ ਦਾ MLA ਸੱਜਣ, ਕਿਸੇ ਦਾ ਸਰਪੰਚ ਸੱਜਣ, ਕਿਸੇ ਦਾ ਮੈਂਬਰ ਸੱਜਣ ਹੈ। ਪਰ ਇਸ ਵੇਲੇ ਆਪਾਂ ਤਾਂ ਇਹੀ ਕਵਾਂਗੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦੈ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇ। ਕਹਿੰਦੇ ਮਹਾਰਾਜ ਮੇਰਾ ਤੇ ਤੂੰ ਹੀ ਸੱਜਣਾ, ਤੂੰ ਹੀ ਮੇਰਾ ਸਾਰਾ ਕੁਝ। ਮਾਂ ਵੀ ਤੂੰ, ਪਿਓ ਵੀ ਤੂੰ, ਮਿੱਤਰ ਵੀ ਤੂੰ, ਭਾਈ ਵੀ ਤੂੰ, ਸਖਾ ਵੀ ਤੂੰ, ਆਦਿ ਵੀ ਤੂੰ, ਅੰਤ ਵੀ ਤੂੰ, ਸਾਰਾ ਕੁਝ ਤੂੰ ਹੀ ਤੂੰ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਦੇ ਨਾਲ ਪਿਆਰ ਕਰ। ਜੇ ਖੁਸ਼ ਹੋ ਗਿਆ ਨਾ ਤੇਰੀ ਜ਼ਿੰਦਗੀ 'ਚ ਫੁੱਲ ਖਿੜ ਜਾਣਗੇ। ਕਹਿੰਦੇ ਇਹ ਜਿਹੜਾ ਪਿਆਲਾ ਹੈ ਨਾ ਪ੍ਰੇਮ ਦਾ, ਆ ਜਿਹੜਾ ਤੁਸੀਂ ਛਕ ਰਹੇ ਨਾ ਚੌਂਕੜੇ ਮਾਰ ਕੇ, ਆਖੋ ਸਤਿਨਾਮ। ਜਿੰਨੀਆਂ ਰੂਹਾਂ ਲਾਈਵ ਵੀ ਸੰਗਤ ਦਰਸ਼ਨ ਕਰ ਰਹੀ ਹੈ ਇਸ ਵੇਲੇ, ਸੁਣ ਰਹੇ ਹੈ, ਤਾਂ ਬੜਾ ਪਿਆਰ ਮਾਣ ਮਿਲਦਾ ਹੈ। ਤੋ ਗੁਰੂ ਸਾਹਿਬ ਜੀ ਕਿਰਪਾ ਦੇ ਮਾਲਕ ਕਹਿੰਦੇ ਉਹ ਪਿਰਮ ਪਿਆਲਾ ਖਸਮ ਕਾ। ਕਹਿੰਦੇ ਪਿਆਰ ਦਾ ਭਰਿਆ ਹੋਇਆ ਬਾਟਾ ਇਹ ਕਿਹਦੇ ਮੂੰਹ ਨੂੰ ਮਹਾਰਾਜ ਨੇ ਲਾਇਆ? ਤੁਹਾਡੇ। ਤੁਸੀਂ ਇਸ ਵੇਲੇ ਛਕ ਰਹੇ ਆ। ਕਈ ਸੰਗਤਾਂ ਸਵੇਰੇ ਛਕੀਆਂ ਨਿਤਨੇਮ 'ਚ, ਕੁਝ ਆਸਾ ਦੀ ਵਾਰ 'ਚ ਛਕ ਗਏ ਆ, ਤੇ ਕੁਝ ਹੁਣ ਸ਼ਬਦ ਰੂਪੀ ਕਥਾ 'ਚ ਛਕ ਰਹੇ। ਕਹਿੰਦੇ ਪਿਆਲਾ ਐਵੇਂ ਹਾਰੀ ਸਾਰੀ ਨੂੰ ਨਹੀਂ ਮਹਾਰਾਜ ਪਿਆਉਂਦੇ। ਹੁਣ ਆਪਾਂ ਜਿਹਦੇ ਨਾਲ ਪਿਆਰ ਹੋਵੇ ਕਹੀਦਾ ਬਈ ਚਾਹ ਤੇ ਪੀਣੀ ਪੈਣੀ, ਚਾਹ ਤੋਂ ਬਿਨਾਂ ਤੇ ਜਾਣ ਦੇਣਾ ਹੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰੇ ਕੋਲ ਆ ਜਾ। ਜੇ ਇੱਕ ਬੰਦਾ ਚਾਹ ਤੋਂ ਬਿਨਾਂ ਨਹੀਂ ਜਾਣ ਦਿੰਦਾ ਤੇ ਮੇਰੇ ਕੋਲੇ ਵੀ ਇੱਕ ਪਿਆਲਾ ਹੈ, ਮੈਂ ਵੀ ਤੈਨੂੰ ਪਿਆਉਂਗਾ, ਆ ਤੇ ਜਾ। ਉਹ ਕਿਹੜਾ ਪਿਆਲਾ ਹੈ? ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ। ਜਿੱਦਾਂ ਇੱਕ ਮਾਂ ਗੋਦੀ 'ਚ ਬਹਾ ਕੇ ਛਾਤੀ ਨਾਲ ਲਾ ਕੇ ਦੁੱਧ ਪਿਆਉਂਦੀ ਹੈ ਨਾ, ਤੇ ਬੱਚੇ ਨੂੰ ਆਨੰਦ ਆ ਜਾਂਦਾ, ਚੁੱਪ ਕਰ ਜਾਂਦਾ, ਮਾਂ ਦੀ ਗੋਦੀ 'ਚ ਸੌਂ ਜਾਂਦਾ ਏ। ਗੁਰੂ ਗ੍ਰੰਥ ਸਾਹਿਬ ਮਾਂ ਏ ਸਾਡੀ। ਜਦੋਂ ਸਿੱਖ ਭਾਵਨਾ ਨਾ ਬਾਣੀ ਪੜ੍ਹਦਾ ਹੈ ਨਾ, ਤੇ ਫਿਰ ਮਾਂ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਦਾ ਪਿਆਲਾ ਛਕਾਉਂਦੇ ਆ ਵੀ ਭਰ ਘੁੱਟਾਂ, ਭਰ ਘੁੱਟਾਂ। ਤੇ ਹੁਣ ਚਾਹ ਪੀ ਕੇ ਹੋ ਸਕਦਾ ਕਸਟਰੋਲ ਵਾਜੇ, BP ਵਾਜੇ, ਮਿੱਠਾ ਜ਼ਿਆਦਾ ਲੂਣ ਹੈ, ਪਰ ਇਹ ਪਿਆਲਾ ਜਿੰਨੇ ਵੀ ਛਕਿਆ ਨਾ ਉਹਨੂੰ ਅਮਰ ਹੋ ਗਿਆ, ਆਨੰਦ ਆ ਗਿਆ। ਇਹ ਦੁੱਖ ਨਹੀਂ ਲਾਉਂਦਾ, ਇਹਨੇ ਰਸ ਹੀ ਦੇਣਾ ਹੈ। ਸੋ ਇਸ ਕਰਕੇ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਨੇ ਛਕਿਆ ਸੀ ਨਾ ਪਿਆਲਾ, ਤਾਂ ਕਰਕੇ ਆਪਾਂ ਨੂੰ ਦੱਸ ਰਹੇ ਆ ਵੀ ਘੁੱਟ ਭਰ ਲਿਓ ਤੁਸੀਂ। ਬਾਬਾ ਜੀ ਤਾਂ ਸਾਰੇ ਛਕ ਗਏ, ਅੱਲਾ ਨੇ ਸਾਰੇ ਦਾ ਸਾਰਾ ਹੀ ਦੇਤਾ, ਗਟ ਗਟ ਕਰਕੇ ਪੀ ਗਏ। ਉਹੀ ਪ੍ਰੇਮ ਦਾ ਪਿਆਲਾ ਗੁਰੂ ਗੋਬਿੰਦ ਸਿੰਘ ਜੀ ਛਕ ਗਏ, ਉਹ ਵੀ ਗਟ ਗਟ ਕਰਕੇ ਪੀ ਗਏ। ਉਹੀ ਪ੍ਰੇਮ ਦਾ ਪਿਆਲਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਨੇ ਛਕਿਆ। ਉਹੀ ਪ੍ਰੇਮ ਦਾ ਪਿਆਲਾ ਮਾਤਾ ਗੁਜਰ ਕੌਰ ਨੇ ਛਕਿਆ। ਲਓ ਜੀ, ਉਹੀ ਪ੍ਰੇਮ ਦਾ ਪਿਆਲਾ ਮੋਤੀ ਰਾਮ ਮਹਿਰੇ ਨੇ ਛਕਿਆ। ਉਹੀ ਪ੍ਰੇਮ ਦਾ ਪਿਆਲਾ ਸੇਠ ਟੋਡਰ ਮੱਲ ਨੇ ਛਕਿਆ। ਕਿੰਨਿਆਂ ਕੁ ਦਾ ਜ਼ਿਕਰ ਕਰਾਂ ਸੰਗਤੇ ਜਿਨ੍ਹਾਂ ਨੇ ਗਟ ਗਟ ਕਰਕੇ ਪੀ ਲਿਆ। ਤੋ ਕਹਿੰਦੇ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਜਿਹਨੂੰ ਮਹਾਰਾਜ ਆਵਾਜ਼ ਮਾਰ ਕੇ ਛਕਾਉਂਦੇ ਉਹੀ ਛਕ ਸਕਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਅੱਖਾਂ ਨੇ ਜਗ ਮੋਹਿਆ ਸੀ ਸੇ ਲੋਇਣ ਮੈਂ ਡਿੱਠ। ਕਹਿੰਦੇ ਉਹਨਾਂ ਅੱਖਾਂ ਨੂੰ ਵੇਖ। ਇਸ ਬਖਸ਼ਿਸ਼ ਦੇ ਮਾਲਕ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਖਾਂ ਬੜੀਆਂ ਸੁੰਦਰ ਤੇਰੀਆਂ, ਸਾਰੀ ਦੁਨੀਆ ਵੇਖ ਵੇਖ ਕੇ ਤੇਰੇ ਵੱਲ ਵੇਂਦੀ ਰਹਿੰਦੀ ਹੈ। ਕਈਆਂ ਦੇ ਨੈਣ ਨਕਸ਼ ਬੜੇ ਸੋਹਣੇ ਹੁੰਦੇ ਨਾ, ਐਨ ਰੱਬ ਨੇ ਸਪੈਸ਼ਲੀ ਬਣਾਏ ਹੁੰਦੇ ਆ, ਤੇ ਕਈਆਂ ਨੂੰ ਤੇ ਵਿਚਾਰਿਆਂ ਨੂੰ ਜਾਣ ਲੱਗੇ 2 ਥੋਬੇ ਮਿੱਟੀ ਮਾਰ ਦਿੰਦਾ। ਆਖੋ ਸਤਿਨਾਮ। ਕਈਆਂ ਨੂੰ ਕੋਝੇ ਘੜਿਆ
ਬੜਾ ਸੋਹਣਾ ਲਿਖਿਆ ਸੀ ਕਵੀ ਜਰਨੈਲ ਸਿੰਘ ਜੀ ਨੇ। ਕਹਿੰਦਾ ਕਈਆਂ ਨੂੰ ਸੂਰਤ ਦਿੱਤੀ ਸੋਹਣੀ ਵੱਧ ਫੁੱਲਾਂ ਤੋਂ, ਦੁੱਧ ਚਿੱਟੇ ਦੰਦ ਕਈਆਂ ਦੇ ਨਰਮੇ ਦਿਆਂ ਗੁੱਲਾਂ ਤੋਂ, ਕਈਆਂ ਨੂੰ ਕੋਝੇ ਘੜਿਆ ਡਾਚੀ ਦਿਆਂ ਬੁੱਲਾਂ ਤੋਂ। ਡਾਚੀ ਕਹਿੰਦੇ ਊਠ ਨੂੰ, ਤੇ ਉਹਦੇ ਬੁੱਲ ਕਿੱਦਾਂ ਦੇ ਨਾ ਹੁੰਦੇ ਕਈਆਂ ਦੇ ਮੂੰਹ ਵਿਚਾਰਿਆਂ ਦੇ। ਕਹਿੰਦੇ ਕਈਆਂ ਨੂੰ ਕੋਝੇ ਘੜਿਆ ਡਾਚੀ ਦਿਆਂ ਬੁੱਲਾਂ ਤੋਂ, ਹੁੰਦਾ ਦੰਗ ਵੇਖ ਵੇਖ ਕੇ ਐਸੇ ਨੁਹਾਰ ਮੈਂ, ਦੁਨੀਆ ਬਣਾਉਣ ਵਾਲਿਆ ਤੈਥੋਂ ਬਲਿਹਾਰ ਮੈਂ, ਦੁਨੀਆ ਬਣਾਉਣ ਵਾਲਿਆ। ਕਈਆਂ ਨੂੰ ਦੇਹੀ ਦਿੱਤੀ ਸੁੰਦਰ ਨਿਰੋਗ ਤੂੰ, ਕਈਆਂ ਨੂੰ ਲਾਇਆ ਦਾਤਾ ਕੋੜ ਦਾ ਰੋਗ ਤੂੰ, ਤੁਰਦੇ ਕਈ ਜੀਵ ਵਿਚਾਰੇ ਵੇਖੇ ਬਿਨ ਟੰਗਾਂ ਤੋਂ, ਮੈਂ ਤੇ ਹੈਰਾਨ ਮਾਲਕਾ ਤੇਰਿਆਂ ਰੰਗਾਂ ਤੋਂ, ਤੇਰਾ ਕੋਈ ਅੰਤ ਨਹੀਂ ਆਉਂਦਾ। ਇੱਕ ਕੀੜੇ ਨੂੰ 6 ਲੱਤਾਂ, ਇੱਕ ਵਿਚਾਰੇ ਨੂੰ ਇੱਕ ਵੀ ਨਹੀਂ। ਉਹ ਸੜਕ ਤੇ ਏਦਾਂ ਰਿੜਨ ਦਿਆ। ਕਈ ਵਿਚਾਰੇ ਏਡੇ ਸੁਨੱਖੇ ਤੇ ਕਈ ਨਾਲ ਰੋਗ ਲੱਗੇ ਹੈ। ਇਹ ਕਵਿਤਾ ਵੀ ਤਾਂ ਹੀ ਫੁਰਦੀ ਜੇ ਨਿਤਨੇਮ ਹੋਵੇ, ਜੇ ਜੀਵਨ ਹੋਵੇ ਬੰਦੇ ਦਾ ਨਾ। ਕਵਿਤਾ ਲਿਖਣੀਆਂ, ਪ੍ਰਸੰਗ ਲਿਖਣੇ ਸ਼ਹੀਦਾਂ ਦੇ, ਹਾਰੀ ਸਾਰੀ ਨਹੀਂ ਲਿਖ ਸਕਦਾ। ਇਹ ਵੀ ਜੀਤੇ ਮਹਾਰਾਜ ਖੁਸ਼ ਹੁੰਦੇ ਨਦਰ ਕਰਦੇ ਉਹ ਲਿਖ ਸਕਦਾ ਕਾਪੀ ਪੈਨ ਫੜ ਕੇ। ਮੇਰੇ ਵਰਗੇ ਨੂੰ ਤੇ ਅਰਦਾਸ ਨਹੀਂ ਕਰਨੀ ਆਉਂਦੀ, ਗ੍ਰੰਥੀ ਲੱਭਦਾ ਰਹਿੰਦਾ ਸਾਰਾ ਦਿਨ। ਤੇ ਏਡੇ ਏਡੇ ਇਤਿਹਾਸ ਲਿਖਣੇ ਸੌਖੇ, ਕਿਤੇ ਕਵਿਤਾ ਲਿਖਣੀਆਂ। ਕਵਿਤਾ ਫੁਰਨੀ ਉਹਨੂੰ ਜਿਹਦਾ ਜੀਵਨ, ਜਿਹਦਾ ਜੀਵਨ ਨਹੀਂ ਹੈਗਾ ਉਹਨੂੰ ਤੇ 2 ਅੱਖਰ ਨਹੀਂ ਆਉਂਦੇ। ਇਸ ਕਰਕੇ ਜਿੰਨੇ ਵੀ ਕਵੀ ਹੈ ਇਹ ਬੰਦਗੀ ਵਾਲੇ ਹੈ, ਇਹਨਾਂ ਦੇ ਅੰਦਰ ਕੁਛ ਹੈ ਸੀ। ਕਿਉਂਕਿ ਫੁੱਲ ਕੋ ਮਹਿਕ ਹੋਊ ਤੇ ਕਿਸੇ ਨੂੰ ਦਊ। ਤੇ ਮੈਂ ਆਹ 2 ਪੌੜੀਆਂ ਗਾਈਆਂ ਤੇ ਐਨ ਲੂੰ ਲੂੰ ਕੰਡਾ ਖੜਾ ਹੋ ਜਾਂਦਾ। ਤੇ ਜਿੰਨੇ ਉਚਾਰੀਆਂ ਹੋਣਗੀਆਂ ਉਹ ਕਿੱਦਾਂ ਦਾ ਜੀਵਨ ਹੋਊ ਉਹਦਾ। ਤੋ ਇਸ ਕਰਕੇ ਇਹ ਬੜੀ ਲੰਮੀ ਕਵਿਤਾ ਸੀ। ਛੋਟੇ ਹੁੰਦੇ ਗਾਉਂਦੇ ਹੁੰਦੇ ਸੀ। ਤੇ ਮੈਨੂੰ 2 ਟੱਪੇ ਯਾਦ ਰਹਿ ਗਏ ਅਜੇ ਤੱਕ। ਉਦੋਂ ਗਾਉਣਾ ਮਾਘੀ ਦੇ ਉੱਤੇ ਭਰਵਾਣਾ ਸਾਹਿਬ ਰਬਾਬਸਰ ਗੁਰਦੁਆਰਾ, ਬੜਾ ਉੱਥੋਂ ਰੰਭਤਾ ਹੋਈ ਦਾਸ ਦੀ ਜੀ। ਸਭ ਤੋਂ ਪਹਿਲੀ ਸਟੇਜ ਦਾਸ ਦੀ ਸੀ ਗੁਰਦੁਆਰਾ ਰਬਾਬਸਰ ਭਰਵਾਣਾ। ਛੋਟੇ ਛੋਟੇ ਸਾਂ ਪੜ੍ਹਦੇ ਤੇ ਉੱਥੇ ਮਾਘੀ ਤੇ ਗਏ। ਇੱਦਾਂ 3-4 ਜਣੇ ਤੇ ਸਾਨੂੰ 15 ਮਿੰਟ ਦਵਾਤੇ ਉਹਨਾਂ ਨੇ। ਕਹਿੰਦੇ ਇੱਕ ਕਵਿਤਾ ਲਾਓ। ਤੇ ਮੈਂ 2 ਪੰਕਤੀਆਂ ਬੋਲੀਆਂ ਤੇ ਤੀਜੀ ਨੂੰ ਡਿੱਗ ਪਿਆ। ਆਖੋ ਸਤਿਨਾਮ। ਡਰ ਗਏ ਕਿ ਉਦੋਂ ਬਹੁਤ ਔਖਾ ਲੱਗਦਾ ਸੀ। ਅੱਜ ਸਤਿਗੁਰੂ ਨੇ ਮਿਹਰ ਕੀਤੀ ਹੈ, ਸਮਰੱਥ ਗੁਰੂ ਸਿਰ ਹੱਥ ਧਰੇ। ਇਸ ਕਰਕੇ ਬੱਚੇ ਜੋੜਿਆ ਕਰੋ। ਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਦੇ ਦਾਤੇ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਨ ਲੋਇਣ ਜਗ ਸੇ ਲੋਇਣ ਮੈਂ ਡਿੱਠ। ਜਿਨ੍ਹਾਂ ਅੱਖਾਂ ਨੇ ਦੁਨੀਆ ਮੋਈ ਪਈ ਸੀ ਉਹਨਾਂ ਦੇ ਵਿੱਚ ਵੇਖੋ ਲੋਕੋ ਕਹਿੰਦੇ ਜਿਨ੍ਹਾਂ ਦੇ ਵਿੱਚ ਕੱਜਲ ਰੇਖ ਸੁਰਮੇ ਦੀ ਥੋੜੀ ਜਿਹੀ ਮੋਟਾਪਾਪਨ, ਥੋੜਾ ਜਿਹਾ ਸਖਤਪਣ ਨਹੀਂ ਸੀ ਅੱਖਾਂ ਝੱਲਦੀਆਂ, ਉਹਨਾਂ ਦੇ ਵਿੱਚ ਕੀੜੇ ਪਏ। ਇਹ ਪੰਕਤੀਆਂ ਦੇ ਨਾਲ ਇੱਕ ਸਾਖੀ ਲੱਗੀ ਹੈ ਬੜੀ ਅਤੀ ਸੁੰਦਰ, ਉਹ ਮੈਂ ਤੁਹਾਡੇ ਨਾਲ ਸਾਂਝ ਪਾਉਣਾ, ਫਿਰ ਤੁਹਾਨੂੰ ਸੌਖੇ ਅਰਥ ਸਮਝ ਆਉਣਗੇ। ਮੁਲਤਾਨ ਦੀ ਸ਼ਹਿਜ਼ਾਦੀ ਬੜੀ ਸੁੰਦਰ ਸੀ। ਤੇ ਬਾਬਾ ਫਰੀਦ ਸਾਹਿਬ ਜੀ ਇੱਕ ਦਿਨ ਨਗਰ ਦੇ ਵਿੱਚੋਂ ਗੁਜ਼ਰਦੇ ਗੁਜ਼ਰਦੇ ਤੇ ਕਿਸੇ ਦੇ ਰੋਣ ਦੀ ਆਵਾਜ਼ ਆਈ ਤੇ ਬਾਬਾ ਫਰੀਦ ਸਾਹਿਬ ਉਹਨਾਂ ਦੇ ਘਰ ਚਲੇ ਗਏ। ਉੱਥੇ ਕੀ ਵੇਖਿਆ ਵੀ ਇੱਕ ਬੁੱਢੜੀ ਔਰਤ ਇੱਦਾਂ ਮਾਤਾ ਵਰਗੀ, ਤੇ ਉਹਨੂੰ ਉਹ ਸ਼ਹਿਜ਼ਾਦੀ ਚਪੇੜਾਂ ਨਾਲ ਕੁੱਟਣ ਦਈ ਕੋਰੜਿਆਂ ਦੇ ਨਾਲ। ਕੋਰੜਾ ਹੁੰਦਾ ਰੱਸੀ ਬੱਧੀ ਹੁੰਦੀ ਹੈ ਡੰਡੇ ਦੇ ਨਾਲ ਬੜੀ ਪਤਲੀ, ਤੇ ਉਹ ਕੋਰੜੇ ਵੱਜਣ ਦਾ ਤੇ ਉਹ ਹਾਏ ਹਾਏ ਕਰਨ ਦਈ। ਤੇ ਫਰੀਦ ਸਾਹਿਬ ਜੀ ਕਹਿੰਦੇ ਪੁੱਤ ਕਿਉਂ ਮਾਰਦੀ ਗਰੀਬਣੀ ਮਾਤਾ ਨੂੰ, ਤੈਨੂੰ ਤਰਸ ਨਹੀਂ ਆਉਂਦਾ? ਤੇਰੀਆਂ ਮਾਵਾਂ ਵਰਗੀ ਹੈ, ਇਹਨੂੰ ਕਾਹਤੋਂ ਮਾਰਨੀ ਪਈ ਹੈ? ਕੀ ਕਸੂਰ ਹੈ ਇਹਦਾ? ਆਖੋ ਸਤਿਨਾਮ। ਇਹਨੂੰ ਕਿਉਂ ਮਾਰਦੀ ਹੈ? ਤੇ ਉਹ ਔਰਤ ਨੇ ਆਖਿਆ, ਕਹਿਣ ਲੱਗੀ ਜਾ ਜਾ ਕੰਮ ਕਰ ਆਪਦਾ ਜਾ ਕੇ, ਜਿੱਧਰ ਚੱਲਿਆ ਉਧਰ ਜਾ, ਤੂੰ ਦੂਜੇ ਦੇ ਘਰ 'ਚ ਦਖਲਅੰਦਾਜ਼ੀ ਕਾਹਤੋਂ ਦਿੱਤੀ? ਫਰੀਦ ਸਾਹਿਬ ਜੀ ਕਹਿੰਦੇ ਮੇਰਾ ਘਰ ਕੋਈ ਨਹੀਂ ਹੈ, ਸਾਰੇ ਮੇਰੇ ਘਰ ਹੀ ਹੈ। ਧਰਤੀ ਮੇਰੀ ਗੋਦ ਹੈ, ਅਸਮਾਨ ਮੇਰਾ ਸਿਰ ਹੈ, ਸਵਾਸ ਮੇਰੀ ਦੌਲਤ ਹੈ,
ਤੇ ਬੰਦਗੀ ਮੇਰਾ ਖਜ਼ਾਨਾ ਹੈ, ਆਖੋ ਸਤਿਨਾਮ। ਵਾਹਿਗੁਰੂ। ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਆਵਾਜ਼ ਸੁਣ ਕੇ ਆਇਆ ਰੋਂਦੇ ਦੀ, ਤੇ ਤੂੰ ਇਸ ਬਜ਼ੁਰਗ ਔਰਤ ਨੂੰ ਕਿਉਂ ਮਾਰ ਰਹੀ ਹੈ? ਵੀ ਤੈਨੂੰ ਤਰਸ ਨਹੀਂ ਆਉਂਦਾ? ਤੇਰੀ ਮਾਂ ਵਰਗੀ ਹੈ। ਕਹਿੰਦੀ ਫਕੀਰਾ, ਇਹਨੂੰ ਤਨਖਾਹ ਦਿੰਨੀ ਮੈਂ ਮਹੀਨੇ ਦੀ, ਤੇ ਮੈਂ 1 ਰੁਪਈਆ ਵੀ ਘੱਟ ਨਹੀਂ ਦਿੰਦੀ, ਤੇ ਅੱਜ ਇਹਨੇ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕੀਤਾ, ਕਾਹਲੀ ਨਾਲ ਕੀਤਾ। ਫਰੀਦ ਸਾਹਿਬ ਜੀ ਵੀ ਉੱਥੇ ਬੈਠ ਗਏ। ਕਹਿੰਦੇ ਮੈਨੂੰ ਸਾਰੀ ਬਚਨ ਸੁਣਾ, ਸਾਰੀ ਗੱਲ ਸੁਣਾ ਮੈਨੂੰ। ਕਹਿਣ ਲੱਗੇ ਬਚਨ ਏਦਾਂ ਹੈ ਕਿ ਮੈਂ ਸ਼ਹਿਜ਼ਾਦੀ ਹਾਂ, ਤਕਰੀਬਨ ਲੋਕ ਮੈਨੂੰ ਪਸੰਦ ਕਰਦੇ ਆ ਤੇ ਮੈਨੂੰ ਵੇਖਣ ਆਉਂਦੇ ਆ। ਸੁੰਦਰਤਾ ਕਈਆਂ ਨੂੰ ਰੱਬ ਨੇ ਰੱਜ ਕੇ ਦਿੱਤੀ ਹੁੰਦੀ ਆ। ਸੁਖਮਨੀ ਸਾਹਿਬ ਜ਼ਰੂਰ ਪੜ੍ਹਿਆ ਕਰੋ। ਜੋ ਜਾਣੈ ਮੈਂ ਜੋ ਬਣਵੰਤ, ਸੋ ਹੋਵਤ ਬਿਸਟਾ ਕਾ। ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਰੱਬ ਨੇ ਤੈਨੂੰ ਸੁੰਦਰ ਸਰੂਪ ਦਿੱਤਾ ਨਾ, ਇਹਦਾ ਮਾਣ ਨਾ ਕਰੀ ਕਦੇ। ਕਈ ਕਰ ਲੈਂਦੇ ਆ ਨਾ, ਕੋਈ ਗਰੀਬ ਨੂੰ ਵੇਖ ਕੇ ਨੱਕ ਮੂੰਹ ਵੱਟੀ ਦਾ। ਨਹੀਂ ਕਹਿੰਦੇ ਕਦੇ ਮਾਣ ਨਾ ਕਰੀ, ਨਹੀਂ ਤੇ ਗੰਦਗੀ ਦਾ ਕੀੜਾ ਬਣੇਗਾ। ਤੋ ਉਸ ਵੇਲੇ ਸਾਧ ਸੰਗਤ ਜੀ ਗੁਰੂ ਗਰੀਬ ਨਵਾਜ ਦਇਆ ਕਰਨ। ਬਾਬਾ ਫਰੀਦ ਸਾਹਿਬ ਨੂੰ ਕਹਿੰਦੀ ਵੀ ਇਹਦੀ ਡਿਊਟੀ ਹੈ ਮੇਕਅਪ ਦਾ ਸਮਾਨ ਬਣਾਉਣਾ, ਸਾਰਾ ਜੋ ਵੀ ਮੈਂ ਕਰਦੀ ਹਾਂ। ਤੇ ਇਹਨੇ ਕਾਹਲੀ ਕੀਤੀ ਤੇ ਸੁਰਮਾ ਥੋੜਾ ਜਿਹਾ ਮੋਟਾ ਪੀਸਿਆ, ਤੇ ਉਹ ਜਦੋਂ ਸਲਾਈ ਅੱਖ ਦੇ ਵਿੱਚ ਪਾਈ ਨਾ, ਤੇ ਉਹ ਪੈਂਦਿਆਂ ਸਾਰ ਰੜਕ ਪਈ ਤੇ ਉਹ ਪਾਣੀ ਬਾਹਰ ਆ ਗਿਆ। ਉਹ ਜਦੋਂ ਅੱਖ 'ਚੋਂ ਪਾਣੀ ਬਾਹਰ ਡਿੱਗਿਆ ਤੇ ਉਹ ਜਿਹੜਾ ਮੂੰਹ ਤੇ ਲਾਇਆ ਸੀ ਪ੍ਰੋਗਰਾਮ, ਉਹ ਲੈਣਾ ਸ਼ੁਰੂ ਹੋ ਗਿਆ। ਗੁਸਤਾਖੀ ਮਾਫ ਕਰਿਓ। ਅਸਲ 'ਚ ਤੇ ਵੈਸੇ ਅਸਲੀ ਮੇਕਅਪ ਤਾਂ ਰੱਬ ਨੇ ਕੀਤਾ ਆਪਣਾ, ਆਹ ਦੂਜਾ ਤੇ ਫਿਰ ਆਪਾਂ ਹੀ ਚਲਾ ਲਿਆ ਹੋਣਾ। ਤੋ ਇਸ ਕਰਕੇ ਕਹਿੰਦੇ ਵੀ ਜਦੋਂ ਲੈਣਾ ਸ਼ੁਰੂ ਹੋ ਗਿਆ ਨਾ, ਤੇ ਉਹਨੂੰ ਗੁੱਸਾ ਇੰਨਾ ਆ ਗਿਆ, ਉਹ ਕਹਿੰਦੀ ਵੀ ਫਿਰ ਮੇਰੇ ਤੋਂ ਜਰ ਨਹੀਂ ਹੋਇਆ ਤੇ ਮੈਂ ਇਹਦੇ ਕੋਰੜੇ ਮਰਵਾਏ। ਇਹਨੂੰ ਕਿੱਦਾਂ ਪਤਾ ਲੱਗੂਗਾ ਵੀ ਇੱਕ ਟਾਈਮ ਪੂਰਾ ਦਿੱਤਾ। ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ, ਮੈਂ ਇੰਨੇ ਟਾਈਮ ਤੇ ਉੱਥੇ ਪਾਰਟੀ 'ਚ ਪਹੁੰਚਣਾ ਸੀ ਤੇ ਉਹਨਾਂ ਸਾਰਿਆਂ ਮੈਨੂੰ ਵੇਖਣ ਆਉਣਾ ਸੀ, ਤੇ ਹੁਣ ਜਿੰਨੇ ਚਿਰ ਨੂੰ ਮੈਂ ਦੁਬਾਰਾ ਮੇਕਅਪ ਕਰਨਾ, ਤੇ ਉਹ ਮੇਕਅਪ ਕਿਹੜਾ ਛੇਤੀ ਹੋ ਜਾਂਦਾ। ਜਿਹੜੇ ਕਰਦੇ ਆ ਕੋ ਸਤਨਾਮ, ਜਿਨ੍ਹਾਂ ਨੇ ਪੂਰਾ, ਉਹ ਤਾਂ ਅਗਲਿਆਂ ਦੇ ਆਨੰਦ ਕਾਰਜ ਵੀ ਹੋ ਜਾਂਦੇ ਕਈਆਂ ਦੇ, ਤੇ ਉਹ ਲੇਟ ਆਉਂਦੇ। ਕਹਿੰਦੇ ਤੂੰ ਹੁਣ ਆ ਗਿਆ, ਹੁਣ 1 ਵਜ ਗਿਆ। ਕਹਿੰਦਾ ਭਰਾਵਾ ਮੈਨੂੰ ਪੁੱਛ ਕੁਝ ਨਾ, ਮੈਂ ਤੇ 8 ਵਜੇ ਦਾ ਤਿਆਰ ਹੋ ਕੇ ਬੈਠਾ। ਜਿਹੜੀ ਤੁਹਾਡੀ ਮਾਸੀ ਚਾਚੀ ਭਾਬੀ ਕੀ ਹੈ, ਇਹਨੇ ਲੇਟ ਕੀਤਾ ਮੈਨੂੰ। ਕਹਿੰਦੇ ਮੈਂ ਤੇ ਆਪ ਹੈਰਾਨ ਆ ਵੀ ਵਿਆਹ ਉਹਨਾਂ ਦਾ ਤੇ ਤਿਆਰੀ ਤੂੰ ਕਰੀ ਫਿਰਦੀ, ਜਿਹਦਾ ਹੋਣਾ ਉਹ ਤਾਂ ਲਾਵਾਂ ਵੀ ਹੋ ਗਈਆਂ, ਤੇ ਹੁਣ ਆਪਾਂ ਉੱਥੇ ਕੀ ਕਰਨਾ। ਗੁਸਤਾਖੀ ਮਾਫ ਕਰਿਓ। ਤੋ ਇਸ ਕਰਕੇ ਕਹਿੰਦੇ ਵੀ ਇਹਨੇ ਮੇਰਾ ਸਾਰਾ ਪਲਾਨ ਖਰਾਬ ਕਰਤਾ ਅੱਜ ਦਾ। ਇਸ ਆਪਣੇ ਨਾਲ ਵੀ ਹੋ ਜਾਂਦਾ। ਮੰਨ ਲਓ ਆਪਣੇ ਕੋਈ ਇੱਕੋ ਸੂਟ ਪਸੰਦ ਦਾ ਹੋਵੇ ਤੇ ਆਪਾਂ ਕਾਹਲੀ 'ਚ ਉਹਦੇ ਚਾਹ ਡੁੱਲ ਜੇ, ਤੇ ਫਿਰ ਬੰਦੇ ਦਾ ਅੰਦਰ ਹੀ ਪੁੱਛਿਆ ਜਾਂਦਾ। ਉੱਧਰੋਂ ਜਾਣਾ ਹੋਵੇ ਕਿਤੇ, ਫਿਰ ਮਨ ਅੰਦਰੋਂ ਸੜ ਜਾਂਦਾ। ਜਾਵਾਂਗੇ ਤੇ ਜ਼ਰੂਰ ਕੋਈ ਹੋਰ ਪਾ ਕੇ, ਫਿਰ ਉੱਥੇ ਅੰਦਰ ਭੁੱਜਿਆ ਹੀ ਰਹਿਣਾ। ਤੂੰ ਕਹਿਣ ਦਾ ਭਾਵ ਵੀ ਉਹ ਕਹਿੰਦੀ ਮੈਨੂੰ ਗੁੱਸਾ ਇੰਨਾ ਆ ਗਿਆ ਵੀ ਮੈਂ ਇਹਨੂੰ ਕੁੱਟਿਆ। ਬਾਬਾ ਫਰੀਦ ਸਾਹਿਬ ਕਹਿੰਦੇ ਖੈਰ ਪੁੱਤ ਭਲਾ ਹੋਵੇ, ਚਲੋ ਮੈਨੂੰ ਮਾਫ ਕਰਿਓ, ਮੈਂ ਤੁਹਾਡੀਆਂ ਗੱਲਾਂ 'ਚ ਆ ਗਿਆ। ਫਰੀਦ ਸਾਹਿਬ ਉੱਥੋਂ ਤੁਰ ਗਏ ਤੇ ਕਹਿੰਦੇ ਥੋੜੇ ਸਮੇਂ ਬਾਅਦ ਉਹ ਬੱਚੀ ਦੀ ਡੈਥ ਹੋ ਗਈ। ਉਹ ਸ਼ਹਿਜ਼ਾਦੀ ਦੀ ਡੈਥ ਹੋ ਗਈ। ਇਹ ਪਤਾ ਕੋਈ ਨਹੀਂ ਕਿਹੜੇ ਵੇਲੇ ਕੀ ਬਣ ਜਾਣਾ, ਅੱਗ ਨੇ ਥੋੜ੍ਹਾ ਬਖਸ਼ਣਾ। ਹੁਣ ਮੁਸਲਮਾਨਾਂ ਦਾ ਰਿਵਾਜ ਹੈ ਕਿ ਉਹ ਬੰਦੇ ਨੂੰ ਦਫਨਾਉਂਦੇ ਆ, ਤੇ ਉਹ ਕਹਿੰਦੇ ਵੀ ਉਹਨਾਂ ਨੇ ਉਹਨੂੰ ਦਫਨਾ ਦਿੱਤਾ। ਕੋਈ 10, 11, 12 ਸਾਲ ਬੀਤ ਗਏ ਤੇ ਕਬਰ ਢਹਿੰਦੀ ਢਹਿ ਗਈ। ਮੀਂਹ ਵਰਖਾ ਹੋਈਆਂ ਜ਼ਿਆਦੀਆਂ, ਤੇ ਕੀ ਹੋਇਆ ਵੀ ਉਹ ਜਿਹੜਾ ਬੱਚੀ ਦਾ ਕੁਰੰਗ ਸੀ ਨਾ, ਉਹ ਮਿੱਟੀ ਤੋਂ ਥੋੜ੍ਹਾ ਦਿਸ ਰਿਹਾ। ਤੇ ਬਾਬਾ ਫਰੀਦ ਸਾਹਿਬ ਵੀ ਵਿਚਰ ਰਹੇ, ਜਾਂਦੇ ਕਬਰਾਂ 'ਚ ਬੈਠੇ ਆਏ। ਮੀਂਹ ਬੜਾ ਤੇਜ਼ ਹੈ, ਤੇ ਉਸ ਕਬਰ ਦੇ ਉੱਤੇ ਨਾਂ ਲਿਖਿਆ ਸੀ ਉਸ ਬੀਬੀ ਦਾ, ਸ਼ਹਿਜ਼ਾਦੀ ਦਾ। ਤੇ ਬਾਬਾ ਫਰੀਦ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ, ਕਹਿੰਦੇ ਫਰੀਦਾ ਮੀਂਹ ਇੰਨਾ ਪੈਣ ਦਿਆ ਤੇ ਤੂੰ ਇੱਥੇ ਕਬਰ ਦੇ ਕੋਲ ਕੀ ਕਰਦਾ ਏ? ਬਾਬਾ ਫਰੀਦ ਸਾਹਿਬ ਕਹਿੰਦੇ ਅੱਲਾ ਦਾ ਤਮਾਸ਼ਾ ਵੇਖਣ ਦਿਆ। ਕਹਿੰਦੇ ਅੱਲਾ ਦਾ ਤਮਾਸ਼ਾ ਮੀਂਹ 'ਚ ਬਹਿ ਕੇ? ਹੁਣ ਇਹੋ ਹੀ ਗੱਲ ਗੁਰੂ ਗੋਬਿੰਦ ਸਿੰਘ ਨੇ ਕਹੀ ਸੀ, ਉੱਤੋਂ ਗੜੇ ਪੈ ਰਹੇ ਪੁੱਤਾਂ ਤੇ ਖੱਫਨ ਨਹੀਂ ਆਏ, ਬਾਣਾ ਲੀਰਾ ਹੋਇਆ ਪਿਆ ਏ। ਤੇ ਮਹਾਰਾਜ ਸਾਹਿਬ ਨੇ ਆਖਿਆ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਮਹਾਰਾਜ ਨੂੰ। ਸਿੰਘ ਕਹਿੰਦੇ ਸਤਿਗੁਰੂ ਤੈਨੂੰ ਰੋਣ ਨਹੀਂ ਆਉਂਦਾ? ਮਹਾਰਾਜ ਕਹਿੰਦੇ ਮੈਂ ਤੇ ਜਗਤ ਦਾ ਤਮਾਸ਼ਾ ਵੇਖਣ ਦਿਆ। ਤੋ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਤਮਾਸ਼ਾ ਵੇਖ ਰਿਹਾ ਅੱਲਾ ਦਾ।
ਕਹਿੰਦੇ ਉਹ ਕਬਰਾਂ 'ਚ ਬਹਿ ਕੇ, ਕਹਿੰਦੇ ਆ ਜਾਓ ਤੁਹਾਨੂੰ ਦਿਖਾਵਾਂ ਕੁਛ। ਤੇ ਉਸ ਵੇਲੇ ਫਿਰ ਉਹਨਾਂ ਨੇ ਕਬਰ ਦਿਖਾਈ ਤੇ ਪਹਿਲੋਂ ਕਹਿੰਦੇ ਨਾਂ ਪੜ੍ਹੋ ਕਿਹਦਾ ਲਿਖਿਆ। ਅੱਜ ਤੋਂ 20-25 ਸਾਲ ਪਹਿਲਾਂ ਇਹ ਸ਼ਹਿਜ਼ਾਦੀ ਤੇ ਕਿਤੇ ਜਵਾਨੀ ਸੀ, ਕਿਤੇ ਤੇ ਰੂਪ ਸੀ ਵੀ ਲੋਕੀ ਖੜ ਖੜ ਵੇਂਦੇ ਸੀ। ਤੇ ਫਰੀਦ ਸਾਹਿਬ ਕਹਿੰਦੇ ਮੇਰੀ ਵੀ ਮੁਲਾਕਾਤ ਹੋਈ ਇਹਦੇ ਨਾਲ। ਕਹਿੰਦੇ ਫਰੀਦਾ ਰੱਬ ਦੀ ਬੰਦਗੀ ਕਰਨ ਵਾਲੇ ਕੋਠੇ ਤੇ ਕਦੋਂ ਜਾਣ ਲੱਗ ਪਏ? ਕਹਿੰਦੇ ਮੈਂ ਨੱਚਣ ਨਹੀਂ ਸੀ ਵੇਖਣ ਗਿਆ ਇਹਨੂੰ। ਉਹਨੇ ਫਿਰ ਸਾਰੀ ਘਟਨਾ ਜਿਹੜੀ ਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ, ਇਹ ਸਾਂਝੀ ਕੀਤੀ। ਤੇ ਉਸ ਵੇਲੇ ਉਹ ਕਹਿੰਦੇ ਵੀ ਇਹਨੇ ਉਸ ਬਜ਼ੁਰਗ ਮਾਈ ਨੂੰ ਇੰਨਾ ਕੁੱਟਿਆ, ਇੰਨਾ ਕੁੱਟਿਆ, ਉਹਦੇ ਪਿੰਡੇ ਤੋਂ ਮਾਸ ਲਾਤਾ ਸੀ ਗੁੱਸੇ 'ਚ ਆ ਕੇ ਵੀ ਇਹਨੇ ਮੇਰਾ ਮੇਕਅਪ ਖਰਾਬ ਕੀਤਾ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਜਾਓ ਤੁਹਾਨੂੰ ਦਿਖਾਈਏ। ਹੁਣ ਇਹਨੇ ਉਹਨੂੰ ਮਾਰਿਆ ਸੀ, ਹੁਣ ਜਿਹੜਾ ਰੱਬ ਨੇ ਮੇਕਅਪ ਇਹਦਾ ਬਣਾਇਆ ਤੁਹਾਨੂੰ ਵਿਖਾਈਏ। ਉੱਥੇ ਫਿਰ ਬਾਬਾ ਫਰੀਦ ਸਾਹਿਬ ਨੇ ਸ਼ਲੋਕ ਉਚਾਰਿਆ। ਫਰੀਦ ਸਾਹਿਬ ਜੀ ਕਹਿੰਦੇ ਐ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠਾ। ਕਹਿੰਦੇ ਆਓ ਦਿਖਾਈਏ ਤੁਹਾਨੂੰ ਕੁਝ। ਆ ਉਹ ਸ਼ਹਿਜ਼ਾਦੀ ਦੀ ਖੋਪੜੀ ਨਿਕਲ ਆਈ ਨਾ, ਮਾਸ ਕੀੜਿਆਂ ਖਾ ਲਿਆ ਤੇ ਥੱਲੇ ਦੱਬੀ ਸੀ ਲਾਸ਼। ਕਹਿੰਦੇ ਆ ਜਿਹੜੀਆਂ ਅੱਖਾਂ ਨੇ ਲੋਕਾਂ ਨੂੰ ਮੋਹਿਆ ਪਿਆ ਸੀ, ਇਸ਼ਾਰਿਆਂ ਨਾਲ ਗੱਲਾਂ ਕਰਦੀਆਂ ਸੀ, ਇਸ਼ਾਰਿਆਂ ਨਾਲ। ਕਹਿੰਦੇ ਆਓ ਕੁਝ ਦਿਖਾਈਏ। ਸੇ ਲੋਇਣ ਮੈਂ ਡਿਠਾ। ਜਦੋਂ ਸਾਰਿਆਂ ਨੇ ਅੱਗੇ ਹੋ ਕੇ ਵੇਖਿਆ ਤੇ ਕਹਿੰਦੇ ਕੱਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੂਏ ਬਹਿਠਾ। ਕਹਿੰਦੇ ਜਿੰਨਾ 'ਚ ਇੱਕ ਸੁਰਮਾ ਨਹੀਂ ਸੀ ਚੱਲਿਆ, ਥੋੜਾ ਜਿਹਾ ਮੋਟਾ ਪੀਸਿਆ ਤੇ ਅੰਦਰ ਸਾੜ, ਆ ਵੇਖ ਕਿੱਦਾਂ ਨਿੱਕੇ ਨਿੱਕੇ ਕੀੜੇ ਕੁਰਬਲ 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 ਕਰਦੇ ਪਏ ਅੱਖਾਂ 'ਚ। ਉਦੋਂ ਆ ਸ਼ਲੋਕ ਸਾਹਿਬ ਦੇ ਫਰੀਦ ਜੀ ਨੇ ਉਚਾਰ ਦਿੱਤਾ। ਦੋਵੇਂ ਹੱਥ ਉੱਪਰ ਨੂੰ ਕਰਕੇ ਫਰੀਦ ਸਾਹਿਬ ਜੀ ਕਹਿੰਦੇ ਯਾ ਅੱਲਾ ਯਾ ਅੱਲਾ ਯਾ ਅੱਲਾ। ਕਹਿੰਦੇ ਮੈਂ ਸਾਰੀ ਦੁਨੀਆ ਨੂੰ ਬੜਾ ਸਮਝਾਉਣਾ ਏ, ਬੜਾ ਰੌਲਾ ਪਾਉਣਾ ਏ, ਮੇਰੀ ਸੁਣਦਾ ਹੀ ਕੋਈ ਨਹੀਂ। ਹੁਣ ਇੱਥੇ ਕੋਈ ਪ੍ਰਚਾਰਕ ਇਸ ਵਿਸ਼ੇ ਤੇ ਬੋਲਦਾ ਹੈ ਤੇ ਉਹਨੂੰ ਆਪਾਂ ਕਹਿੰਦੇ ਜੀ ਇਹ ਚਪੇੜਾਂ ਖਾਊ ਕਿਸੇ ਤੋਂ, ਇਹ ਤਵਾ ਲਾਉਂਦੇ ਜਾਣ ਕੇ ਬੋਲਦੇ। ਬਾਬਾ ਫਰੀਦ ਸਾਹਿਬ ਕਹਿੰਦੇ ਕੂ ਕਹਿੰਦੇ ਆ ਚੰਗੇਂਦੇ ਆ ਮਤੀ ਦੇਂਦੇ ਆ ਨਿਤ। ਕਹਿੰਦੇ ਮੈਂ ਬੜਾ ਦੁਨੀਆ ਨੂੰ ਸਮਝਾਇਆ ਉਹ ਸੁਧਰ ਜਿਓ ਸੁਧਰ ਜਿਓ ਸੁਧਰ ਜਿਓ, ਬੰਦਗੀ ਕਰੋ, ਸਿੱਖੀ ਸਰੂਪ ਧਾਰਨ ਕਰੋ, ਐਵੇਂ ਮਹਾਰਾਜ ਤੋਂ ਬੇਮੁਖ ਨਾ ਹੋ। ਇਹ ਸਾਰੀ ਬਾਤ ਪਾਈ ਹੈ। ਜੋ ਸ਼ੈਤਾਨ ਵਜਾਇਆ ਸੇ ਕਿਤ ਫੇਰੇ ਚਿਤ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵਾਸ ਇਹਨਾਂ ਦਾ ਵੀ ਨਹੀਂ, ਇਹ ਸ਼ੈਤਾਨ ਦੇ ਕਾਬੂ ਆ ਗਏ। ਸ਼ੈਤਾਨ ਹੁਣ ਜਿਹੜੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ ਉਹਨਾਂ ਤਾਂ ਨਹੀਂ ਨਾਈ ਕੋ ਜਾਣਾ, ਨਾ ਨਸ਼ਾ ਪੱਤਾ ਪੋਚ, ਉਹਨਾਂ ਤਾਂ ਬੰਦਗੀ ਕਰਨੀ ਹੈ। ਪਰ ਅੱਜ ਬਾਬਾ ਫਰੀਦ ਸਾਹਿਬ ਕਹਿੰਦੇ ਜੋ ਸ਼ੈਤਾਨ ਮਜਾਇਆ ਸੇ ਕਿਤ ਫੇਰਾ ਚਿਤ। ਫਰੀਦ ਸਾਹਿਬ ਕਹਿੰਦੇ ਜਿਹੜੇ ਸ਼ੈਤਾਨ ਦੇ ਕਾਬੂ ਆ ਗਏ ਨਾ, ਉਹਨਾਂ ਦਾ ਨਹੀਂ ਚਿੱਤ ਦੁਨੀਆ ਵੱਲੋਂ ਫਿਰਨਾ। ਭਾਵੇਂ ਉਹਨਾਂ ਦੇ ਘਰੇ ਜਾ ਕੇ ਕਥਾ ਕਰੋ, ਉਹਨਾਂ ਦੇ ਕੰਨ ਦੇ ਲਾਗੇ ਸਪੀਕਰ ਲਾ ਕੇ ਉਹਨਾਂ ਨੂੰ ਕਹਿ ਦਿਓ, ਉਹਨਾਂ ਨਹੀਂ ਮੰਨਣੀ ਨਹੀਂ ਮੰਨਣੀ ਨਹੀਂ ਮੰਨਣੀ। ਮੈਂ ਨਹੀਂ ਕਹਿੰਦਾ, ਬਾਬਾ ਫਰੀਦ ਸਾਹਿਬ ਅੱਜ ਨਾਲ ਵਰਤੇ ਆਪਣੇ, ਉਹਨਾਂ ਨੇ ਮੋਢੇ ਤੇ ਹੱਥ ਰੱਖਿਆ ਵੀ ਕੋਈ ਨਹੀਂ ਭਾਈ ਸਾਹਿਬ ਤੂੰ ਬੋਲਦਾ ਰਹਿਣਾ, ਅੱਜ ਮੈਂ ਵੀ ਤੇਰੇ ਨਾਲ। ਤੇ ਜਿਹਦੇ ਨਾਲ ਬਾਬਾ ਫਰੀਦ ਖਲੋ ਜੇ ਉਹਦੀ ਕੰਡ ਨਹੀਂ ਜੇ ਲੱਗਦੀ। ਅੱਜ ਬਾਬਾ ਫਰੀਦ ਸਾਹਿਬ ਕਹਿੰਦੇ ਜੋ ਸ਼ੈਤਾਨ ਮਜਾਇਆ ਸੇ ਕਿਤ ਫੇਰਾ ਚਿਤ। ਕਹਿੰਦੇ ਜਿਨ੍ਹਾਂ ਨੂੰ ਸ਼ੈਤਾਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਉਹਨਾਂ ਨਹੀਂ ਗੁਰਦੁਆਰੇ ਆਉਣਾ, ਉਹਨਾਂ ਨਹੀਂ ਅੰਮ੍ਰਿਤ ਵੇਲੇ ਉੱਠਣਾ, ਉਹਨਾਂ ਨਹੀਂ ਨਿਤਨੇਮ ਕਰਨਾ, ਓਏ ਉਹਨਾਂ ਨਹੀਂ ਸੇਵਾ ਕਰਨੀ, ਭਾਵੇਂ ਲੌਸ ਮਿੰਟਾਂ ਸਾਰਾ ਦਿਨ ਕਰੀ ਜਾਓ। ਅੱਜ ਠੰਡ ਜੀ ਪੈ ਗਈ। ਫਰੀਦ ਸਾਹਿਬ ਦਾ ਤਜਰਬਾ ਬਹੁਤ ਵੱਡਾ। ਆਪਾਂ ਤਾਂ ਕੱਲ੍ਹ ਦੇ ਬੱਚੇ ਆ, ਫਰੀਦ ਸਾਹਿਬ ਤਾਂ 900 ਸਾਲ ਪਹਿਲਾਂ ਹੋਏ ਆ। ਇੰਨੀ ਬੰਦਗੀ ਕਰਕੇ ਉਹ ਮਹਾਂਪੁਰਖ ਅੱਜ ਲਿਖ ਗਿਆ ਵੀ ਜੋ ਸ਼ੈਤਾਨ ਵਜਾਇਆ ਸੇ ਕਿਤ ਫੇਰਾ। ਆਪਦਾ ਆਨੰਦ ਲਿਆ ਕਰੋ, ਕਿਸੇ ਨੂੰ ਕਹਿਣ ਦੀ ਵਾਹ ਨਹੀਂ। ਬੰਦਗੀ ਕਰੋ, ਜਿਹੜਾ ਆਉਂਦਾ ਉਹਦਾ ਸਤਿਕਾਰ ਕਰੋ, ਜਿਹੜਾ ਬਾਣੀ ਪੜ੍ਹਦਾ ਉਹਨੂੰ ਮੁਹੱਬਤ ਕਰੋ, ਉਹਦੇ ਨਾਲ ਮਿੱਠਾ ਬੋਲੋ। ਤੇ ਇਹ ਸ਼ਬਦ ਨਾ ਕਿਸੇ ਨੂੰ ਕਹੋ ਵੀ ਤੂੰ ਆ ਜਾ ਤੇ ਤੂੰ ਮਾੜਾ ਏ ਤੇ ਤੂੰ ਗਲਤ ਪਾਸੇ। ਬਾਬਾ ਫਰੀਦ ਸਾਹਿਬ ਕਹਿੰਦੇ ਉਹਦੇ ਵੱਸ ਨਹੀਂ, ਉਹਨੂੰ ਸ਼ੈਤਾਨ ਨੇ ਕਾਬੂ ਕਰ ਲਿਆ। ਜਿੱਦਾਂ ਕਿਸੇ ਤੇ ਭੂਤ ਪ੍ਰੇਤ ਹਾਵੀ ਹੋ ਜੇ ਨਾ ਤੇ ਉਹ ਫਿਰ ਆਪਦੇ ਘਰਦਿਆਂ ਨੂੰ ਐਂ ਵੱਢਣ ਆਉਂਦਾ ਕਿ ਨਹੀਂ। ਤੇ ਆਪਾਂ ਕਹੀਦਾ
ਜਿੱਦਾਂ ਕਹਿੰਦੇ ਮਸਕੀਨ ਸਾਹਿਬ ਦਾ ਵਚਨ ਯਾਦ ਆ ਗਿਆ, ਬੜਾ ਹਾਸੇ ਵਾਲਾ। ਮਸਕੀਨ ਸਾਹਿਬ ਕਥਾ ਕਰਨ ਤੇ ਅਗਲੇ ਬੰਨੇ ਇੱਕ ਬੀਬੀ ਬੈਠੀ ਤੇ ਇੱਕੇ ਵਾਰਾਂ ਸਿਰ ਜਿਹਾ ਮਾਰਨ ਲੱਗ ਪਈ, ਵਾਲ ਖਿਲਾਰ ਲਏ ਉਹਨੇ, ਤੇ ਉਹਦਾ ਘਰ ਦਾ ਲਾਗੇ ਬੈਠਾ ਸੀ ਤੇ 5 ਮਿੰਟ ਉਹਦੇ ਚਪੇੜ ਮਾਰ ਦਿਆ ਕਰੇ, ਘਰ ਦਿਆ ਉਹਦੇ ਦੇ। ਤੇ ਸਾਰੇ ਕਹਿੰਦੇ ਉਹ ਤੂੰ ਬੰਦਾ ਵਾ, ਤੂੰ ਘਰ ਵਾਲੀ ਤੋਂ ਚਪੇੜਾਂ ਖਾਂਦੇ ਆ? ਉਹ ਕਹਿੰਦਾ ਨਹੀਂ ਭਰਾਓ, ਇਹ ਨਹੀਂ ਮਾਰਦੀ, ਜਿਹੜਾ ਇਹਦੇ ਵਿੱਚ ਆਇਆ ਉਹ ਮਾਰਦਾ। ਆਖੋ ਸਤਿਨਾਮ। ਕਹਿੰਦੇ 5 ਮਿੰਟ ਚਪੇੜ ਮਾਰ ਦਿਆ ਕਰੇ ਘਰ ਵਾਲੇ ਦੇ। ਸਾਰੇ ਲੋਕੀ ਕਹਿੰਦੇ ਤੂੰ ਮਰ ਜਾ ਇਸ ਗੱਲੋਂ, ਤੂੰ ਤੇਰੀ ਕੀ ਅਣਖ ਹੈ। ਤੇ ਮਸਕੀਨ ਸਾਹਿਬ ਜੀ ਕਹਿੰਦੇ ਸਾਡੇ ਲਾਗੇ ਮਹਾਂਪੁਰਖ ਸਜੇ ਸੀ ਤੇ ਉਹਨਾਂ ਨੇ ਫਿਰ ਪਿਛਲੇ ਪਾਸੇ ਅਮਰ ਸੰਚਾਰ ਹੋਣਾ ਸੀ। ਤੰਬੂ 'ਚ ਬੀਬੀ ਨੂੰ ਸੱਦ ਲਿਆ, ਕਹਿੰਦੇ ਪੁੱਤ ਸੱਚ ਦੱਸੀ, ਨਹੀਂ ਤੇ ਇੱਥੇ ਚਿਮਟਾ ਬੁਰਾ ਫਿਰ ਨਹੀਂ ਤੈਨੂੰ। ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੈ ਤੇ ਏਦਾਂ ਹੋ ਨਹੀਂ ਸਕਦਾ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੋਈ ਚੀਜ਼ ਆ ਜੇ, ਸੱਚ ਦੱਸ ਵੀ। ਕਹਿੰਦੀ ਬਾਬਾ ਜੀ ਨਾ ਲਿਓ, ਮੈਨੂੰ ਗੱਲ ਗੁੱਲ ਕੋਈ ਨਹੀਂ ਆ, ਕੋਈ ਭੂਤ ਨਹੀਂ ਮੈਨੂੰ ਚਿੰਬੜਿਆ। ਕਹਿੰਦੀ ਦਰਅਸਲ ਇਹ ਰੋਜ਼ ਪੀਂਦਾ ਤੇ ਪੀ ਕੇ ਮੈਨੂੰ ਰਾਤ ਨੂੰ ਰੋਜ਼ ਕੁੱਟਦਾ, ਤੇ ਨਾ ਵਿਆਹ ਲਿਜਾਂਦਾ ਨਾ ਬਾਜ਼ਾਰ ਲਿਜਾਂਦਾ ਹੀ, ਇੱਕ ਆ ਭੂਤ ਦਾ ਬਹਾਨਾ ਲਾ ਕੇ ਅੱਜ ਮੇਰਾ ਸੂਤ ਆਇਆ, ਮੈਨੂੰ ਰੀਝ ਲਾ ਲੈਂਦੇ ਹੋ। ਆਖੋ ਸਤਿਨਾਮ। ਇਸ ਕਰਕੇ ਉਹ ਕਹਿੰਦੀ ਵੀ ਮੇਰੇ 'ਚ ਹੈ, ਮੈਂ ਆਪਣਾ ਬਦਲਾ ਹੀ ਲੈਣ ਦਈ ਵੀ ਉੱਦਾਂ ਇਹਨੇ ਮੇਰੇ ਤੋਂ ਖਾਣੀਆਂ, ਇਹ ਰੋਜ਼ ਕੁੱਟਦਾ ਤੇ ਅੱਜ ਇਸ ਬਹਾਨੇ ਨਾਲ ਖਾਂਦਾ। ਕਹਿੰਦਾ ਇਹ ਨਹੀਂ ਮਾਰਦੀ, ਇਹਦੇ ਵਿੱਚ ਜਿਹੜਾ ਉਹ ਮਾਰਦਾ, ਭਰਾਵਾ ਮਾਰ ਲੈਂਦੇ ਹੋ। ਤੋ ਇਸ ਕਰਕੇ ਸਾਧ ਸੰਗਤ ਜੀ ਐਸੀ ਬਾਤ ਸ਼ੈਤਾਨ ਦੀ ਬਾਬੇ ਫਰੀਦ ਸਾਹਿਬ ਨੇ ਕਰਤੀ ਵੀ ਜਿਨ੍ਹਾਂ ਨੂੰ ਸ਼ੈਤਾਨ ਨੇ ਕਾਬੂ ਕਰ ਲਿਆ ਉਹਨਾਂ ਨੂੰ ਨਾ ਕੁਝ ਕਿਹਾ ਕਰੋ, ਉਹਨਾਂ ਦੇ ਵੱਸ ਨਹੀਂ, ਉਹ ਨਹੀਂ ਬਾਣੀ ਪੜ੍ਹ ਸਕਦੇ, ਉਹਨਾਂ ਨੇ ਨਹੀਂ ਗੁਰੂ ਘਰ ਆਉਣਾ, ਨਾ ਉਹਨਾਂ ਨੂੰ ਸ਼ਹੀਦਾਂ ਸਿੰਘਾਂ ਦੀ ਪਰਵਾਹ ਕੋਈ, ਤੇ ਜਿਹੜੇ ਗੁਰੂ ਦੇ ਪਿਆਰ ਵਿੱਚ ਉਹਨਾਂ ਤੇ ਅਸਰ ਹੁੰਦਾ ਕਹਿਣ ਦਾ। ਸੋ ਅੱਜ ਬਾਬਾ ਫਰੀਦ ਸਾਹਿਬ ਨੇ ਬਹੁਤ ਬਖਸ਼ਿਸ਼ਾਂ ਭਰੇ ਬੋਲ ਬੋਲੇ ਹੈ। 15 ਸ਼ਲੋਕਾਂ ਦੀ ਕਥਾ ਸੰਪੂਰਨ ਹੋਈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਆਪ ਸਾਰੀ ਸੰਗਤ ਧੰਨ ਹੋਏ। ਆਓ ਸਾਹਿਬਜ਼ਾਦਿਆਂ ਦੇ ਸ਼ਹਾਦਤਾਂ ਦੇ ਦਿਨਾਂ ਦੇ ਰੂਪ 'ਚ ਕੁਝ ਸਮਾਂ ਸਾਰੇ ਜੁੜੀਏ ਜੀ। ਵਾਹਿਗੁਰੂ 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 ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ, ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਅਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ।
ਕਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ ਵਾਹਿਗੁਰੂ। ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ ਵਾਹਿਗੁਰੂ। ਗੁਰੂ ਜੀ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ